हाँ जी, ਵੈਲਕਮ ਟੂ ਕੈਰੀਅਰ ਕੁਐਸਟ। ਜਿਵੇਂ ਕਿ ਤੁਹਾਨੂੰ ਪਤਾ ਪਟਵਾਰੀ ਦੇ ਲਈ ਆਪਾਂ ਨੇ ਮੈਂਸੂਰੇਸ਼ਨ ਦੀ ਇੱਕ ਪਲੇਲਿਸਟ ਸਟਾਰਟ ਕੀਤੀ ਸੀਗੀ। ਉਸ ਦੇ ਵਿੱਚ ਆਪਾਂ ਨੇ 2D ਕਵਰ ਕਰ ਲਿਆ ਸੀਗਾ A to Z ਵਿਦ ਕਨਸੈਪਟ, ਵਿਦ ਫਾਰਮੂਲਾ, ਵਿਦ ਲੌਜਿਕ, ਵਿਦ ਟ੍ਰਿਕਸ। ਠੀਕ ਹੈ, ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਮੈਂਸੂਰੇਸ਼ਨ 3D। 3D ਦੇ ਵਿੱਚ ਕੀ ਹੈਗਾ, ਦੇਖੋ 2D ਜਿਹੜੀ ਹੈਗੀ ਹੈ ਉਹ ਰਿਐਲਿਟੀ ਵਿੱਚ, ਅਸਲੀਅਤ ਵਿੱਚ ਕਦੇ ਵੀ ਐਗਜ਼ਿਸਟ ਨਹੀਂ ਕਰਦੀ। ਤੁਹਾਨੇ ਰਿਐਲਿਟੀ ਵਿੱਚ ਕਦੇ ਸਕੁਆਇਰ ਨਹੀਂ ਦੇਖਿਆ ਹੋਣਾ, ਉਹ ਕਿਊਬਾਇਡ ਹੁੰਦਾ ਜਾਂ ਫਿਰ ਕਿਊਬ ਹੁੰਦਾ ਹੈਗਾ। ਠੀਕ ਹੈ, ਤੁਹਾਨੇ ਰਿਐਲਿਟੀ ਵਿੱਚ ਕਦੇ ਸਰਕਲ ਨਹੀਂ ਦੇਖਿਆ ਹੋਣਾ, ਫਿਜ਼ੀਕਲੀ ਸਰਕਲ ਨਹੀਂ ਦੇਖਿਆ ਹੋਣਾ, ਉਹ ਜਾਂ ਤਾਂ ਸਫੇਅਰ ਹੋਏਗਾ ਜਾਂ ਸਿਲੰਡਰ ਹੋਏਗਾ। ਠੀਕ ਹੈ, ਤਾਂ 2D ਰਿਐਲਿਟੀ ਵਿੱਚ ਐਗਜ਼ਿਸਟ ਨਹੀਂ ਕਰਦੀ, 3D ਰਿਐਲਿਟੀ ਵਿੱਚ ਐਗਜ਼ਿਸਟ ਕਰਦੀ ਹੈ। ਉਹ ਕਿਉਂ ਐਗਜ਼ਿਸਟ ਕਰਦੀ ਹੈ? ਦੇਖੋ D ਦਾ ਮਤਲਬ ਕੀ ਹੁੰਦਾ? ਡਾਇਮੈਂਸ਼ਨ। डी ਦਾ ਮਤਲਬ ਕੀ ਹੋਏਗਾ? ਡਾਇਮੈਂਸ਼ਨਸ। ਠੀਕ ਹੈ, ਇਸ ਦਾ ਮਤਲਬ 3D ਦੇ ਵਿੱਚ ਕਿੰਨੀ ਡਾਇਮੈਂਸ਼ਨ ਹੁੰਦੀਆਂ ਨੇ? 3 ਹੁੰਦੀਆਂ ਨੇ। 2D ਦੇ ਵਿੱਚ ਕਿੰਨੀ ਡਾਇਮੈਂਸ਼ਨ ਹੋਏਗੀਆਂ? 2। ਯਾਦ ਕਰੋ ਬਚਪਨ ਵਿੱਚ ਤੁਸੀਂ 9th ਕਲਾਸ ਵਿੱਚ ਤੇ 10th ਕਲਾਸ ਵਿੱਚ ਗ੍ਰਾਫ ਪੇਪਰ ਤਾਂ ਡਰਾ ਕੀਤਾ ਹੋਣਾ ਨਾ, +x -x +y -y। ਠੀਕ ਹੈ, ਤਾਂ ਇਹ ਹੈਗਾ 2D, ਬਿਕੋਜ਼ ਇਹਦੇ ਵਿੱਚ ਕਿੰਨੀ ਡਾਇਮੈਂਸ਼ਨ ਨੇ? 2। ਹੁਣ ਜੇ ਮੈਂ ਗੱਲ ਕਰਾਂ 3D ਦੀ, ਤਾਂ ਤੀਜੀ ਡਾਇਮੈਂਸ਼ਨ ਕਿੱਥੇ ਬਣੇਗੀ? ਤਾਂ ਤੀਜੀ ਡਾਇਮੈਂਸ਼ਨ ਧਿਆਨ ਨਾਲ ਸਮਝਣਾ, ਜੇ ਮੈਂ ਇਸ ਪੈਨ ਨੂੰ ਉਰੇ ਰੱਖਦਾ ਤਾਂ ਇਹ ਪੈਨ ਕੀ ਹੈਗਾ? ਬੋਰਡ ਦੇ ਬਾਹਰਲੇ ਪਾਸੇ ਆ ਰਿਹਾ ਹੈਗਾ। ਠੀਕ ਹੈ, ਇਹ ਪੈਨ ਕੀ ਹੈਗਾ? ਬੋਰਡ ਦੇ ਬਾਹਰਲੇ ਪਾਸੇ ਆ ਰਿਹਾ। ਤਾਂ ਇਹ ਜਿਹੜਾ ਪੈਨ ਹੈਗਾ ਉਹ ਕੀ ਕਰੇਗਾ? ਥਰਡ ਡਾਇਮੈਂਸ਼ਨ ਦਾ ਕੰਮ ਕਰੇਗਾ, ਵਿਚ ਇਜ਼ +z। ਇਸ ਪੈਨ ਨੂੰ ਬਾਹਰਲੇ ਪਾਸੇ ਜਿਹੜਾ ਆ ਗਿਆ ਉਸ ਨੂੰ ਆਪਾਂ +z ਕਵਾਂਗੇ, ਬਾਹਰਲੇ ਪਾਸੇ ਇਵੇਂ। ਹੁਣ ਬੋਰਡ ਦੇ ਵਿੱਚ ਤਾਂ 3D ਆਪਾਂ ਕੱਢ ਕੇ ਦਿਖਾ ਨਹੀਂ ਸਕਦੇ, +z। ਤੇ ਇਵੇਂ ਹੀ ਇਸੀ ਪੁਆਇੰਟ ਤੋਂ ਬੋਰਡ ਦੇ ਅੰਦਰਲੇ ਪਾਸੇ ਇੱਕ ਹੋਰ ਐਕਸਿਸ ਬਣੇਗੀ, ਲਾਈਨ ਜਾਏਗੀ, ਉਸ ਨੂੰ ਆਪਾਂ ਕੀ ਕਵਾਂਗੇ? -z। ਇਹ ਹੁੰਦੀ ਹੈ ਥਰਡ ਡਾਇਮੈਂਸ਼ਨ। ਤੇ ਇਸੀ ਥਰਡ ਡਾਇਮੈਂਸ਼ਨ ਕਰਕੇ ਜਿਹੜੀ ਚੀਜ਼ਾਂ ਹੈਗੀਆਂ ਉਹ ਰਿਐਲਿਟੀ ਵਿੱਚ ਐਗਜ਼ਿਸਟ ਕਰਦੀਆਂ ਨੇ। ਠੀਕ ਹੈ, ਜਿਵੇਂ ਹੀ ਮੈਂ ਇਸ ਪੈਨ ਨੂੰ ਇਵੇਂ ਰੱਖਦਾ, ਮਤਲਬ ਬੋਰਡ ਦੇ ਬਾਹਰ ਇੱਕ ਡਾਇਮੈਂਸ਼ਨ ਆ ਰਹੀ ਹੈ ਤੇ ਬੋਰਡ ਦੇ ਅੰਦਰ ਇੱਕ ਡਾਇਮੈਂਸ਼ਨ ਹੈਗੀ ਹੈ, ਉਸ ਨੂੰ ਆਪਾਂ ਕੀ ਕਹਿੰਦੇ? ਥਰਡ ਡਾਇਮੈਂਸ਼ਨ। ਆ ਜਿਹੜੀ ਲਾਈਨ ਹੈਗੀ ਹੈ ਬੋਰਡ ਦੇ ਆਰ ਪਾਰ ਜਾਏਗੀ, ਉਹ ਥਰਡ ਡਾਇਮੈਂਸ਼ਨ ਹੁੰਦੀ ਹੈ। ਠੀਕ ਹੈ, ਜਿਵੇਂ ਮੰਨ ਲਓ ਮੇਰੇ ਕੋਲ ਇੱਕ ਸਕੁਆਇਰ ਸੀਗਾ, ਇਹ ਤਾਂ 2D ਹੈ। ਹੁਣ ਜੇ ਮੈਂ ਇसी ਸਕੁਆਇਰ ਨੂੰ ਥੋੜਾ ਬਾਹਰ ਕੱਢ ਲਾਂ, ਫਿਜ਼ੀਕਲੀ ਇਸ ਸਕੁਆਇਰ ਨੂੰ ਬਾਹਰ ਦੀ ਤਰਫ ਕੱਢ ਲਾਂ, ਤਾਂ ਮੇਰੇ ਕੋਲ ਕੀ ਬਣ ਜਾਏਗਾ? ਇੱਕ ਕਿਊਬॉइड ਬਾਕਸ ਬਣ ਜਾਏਗਾ। ਠੀਕ ਹੈ, ਇਹ ਤਾਂ 2 ਡਾਇਮੈਂਸ਼ਨ ਹੈ, ਧਿਆਨ ਨਾਲ ਸਮਝਣਾ। ਇੱਧਰ 2 ਡਾਇਮੈਂਸ਼ਨ ਹੈਗੀ ਹੈ। ਆਹ ਵਾਲੀ ਜਿਹੜੀ ਹੌਰੀਜ਼ੌਨਟਲ ਲਾਈਨ ਹੈਗੀ ਇਹ ਕੀ ਹੈਗੀ ਹੈ? +x। ਠੀਕ ਹੈ, ਤੇ ਆਹ ਜਿਹੜੀ ਵਰਟੀਕਲ ਲਾਈਨ ਹੈਗੀ ਹੈ ਇਸ ਨੂੰ ਆਪਾਂ ਕੀ ਕਵਾਂਗੇ? +y। ਠੀਕ ਹੈ, ਹੁਣ ਜੇ ਮੈਂ ਇਸ ਨੂੰ ਇੱਕ ਹੋਰ ਡਾਇਮੈਂਸ਼ਨ ਕੱਢ ਲਾਂ ਬਾਹਰ, z ਦੀ ਇੱਕ ਥਰਡ ਡਾਇਮੈਂਸ਼ਨ ਬਾਹਰ z ਕੱਢ ਲਾਂ। ਠੀਕ ਹੈ, ਤਾਂ ਇਹ ਥਰਡ ਡਾਇਮੈਂਸ਼ਨ ਆ ਗਈ, ਤਾਂ ਇਹ ਕੀ ਬਣ ਜਾਏਗਾ? ਇੱਕ ਪੂਰਾ ਬਾਕਸ ਬਣ ਜਾਏਗਾ ਮੇਰੇ ਕੋਲੇ ਬਾਹਰ ਆ ਕੇ। ਠੀਕ ਹੈ, ਤਾਂ ਉਹ ਬਾਕਸ ਰਿਐਲਿਟੀ ਵਿੱਚ ਐਗਜ਼ਿਸਟ ਕਰੇਗਾ। ਇਸ ਲਈ ਆਪਾਂ ਕਹਿੰਦੇ ਜਿਹੜੀ 3D ਹੁੰਦੀ ਹੈ 3 ਡਾਇਮੈਂਸ਼ਨ, ਉਹ ਰਿਐਲਿਟੀ ਵਿੱਚ ਐਗਜ਼ਿਸਟ ਕਰਦੀ ਹੈ, ਬਟ 2D ਰਿਐਲਿਟੀ 'ਚ ਐਗਜ਼ਿਸਟ ਨਹੀਂ ਕਰ ਪਾਉਂਦੀ। ਠੀਕ ਹੈ, ਹੁਣ ਚੈੱਕ ਕਰਦੇ ਹਾਂ 3D ਦੇ ਵਿੱਚ ਕਿੰਨੀ ਕੈਟੇਗਰੀਆਂ ਆਉਣਗੀਆਂ, ਕਿਹੜੀ ਕਿਹੜੀ ਫਿਗਰਸ ਹੋਏਗੀ, ਤੇ ਆਪਾਂ ਉਹਨਾਂ ਨੂੰ ਕਿਵੇਂ ਸਟੱਡੀ ਕਰਨਾ। ਠੀਕ ਹੈ, 3D ਦੇ ਵਿੱਚ ਨਾ ਧਿਆਨ ਨਾਲ ਸਮਝਣਾ, ਫਾਰਮੂਲੇ ਕਾਫੀ ਹੁੰਦੇ ਨੇ। ਠੀਕ ਹੈ, ਕਈ ਵਾਰ ਐਗਜ਼ਾਮਿਨਰ ਤੁਹਾਨੂੰ ਦੱਸੇਗਾ ਇਹ ਫਾਰਮੂਲਾ ਯਾਦ ਕਰ ਲਓ, ਇਹ ਫਾਰਮੂਲਾ ਯਾਦ ਕਰ ਲਓ। ਠੀਕ ਹੈ, ਮੈਂ ਤੁਹਾਨੂੰ 3 ਸਟੈਂਡਰਡ ਫਾਰਮੂਲੇ ਦੱਸੂਗਾ। ਠੀਕ ਹੈ, ਪਹਿਲਾਂ ਤਾਂ ਆਪਾਂ ਕੈਟੇਗਰੀ ਦੇਖਾਂਗੇ ਕਿਹੜੀ ਕਿਹੜੀ ਕੈਟੇਗਰੀ ਨੇ। ਠੀਕ ਹੈ, ਤਾਂ ਹਰ ਕੈਟੇਗਰੀ ਦੇ ਲਈ ਨਾ 3 ਸਟੈਂਡਰਡ ਫਾਰਮੂਲੇ ਨੇ, ਉਹ 3 ਸਟੈਂਡਰਡ ਫਾਰਮੂਲੇ ਯੂਜ਼ ਕਰ ਲਓ, ਤੁਸੀਂ ਯਾਦ ਰੱਖ ਲਓ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਭਾਵੇਂ ਕਿਊਬ ਹੋਵੇ, ਭਾਵੇਂ ਕਿਊਬॉइड ਹੋਵੇ, ਭਾਵੇਂ ਸਿਲੰਡਰ ਹੋਵੇ, ਭਾਵੇਂ ਕੋਨ ਹੋਵੇ, ਭਾਵੇਂ ਸਫੇਅਰ ਹੋਵੇ ਜਾਂ ਹੋਲੋ ਸਿਲੰਡਰ ਹੋਵੇ, ਕੋਈ ਵੀ ਸ਼ੇਪ ਹੋਵੇ, ਜਿੱਥੇ ਮਰਜ਼ੀ ਲਗਾ ਦੇਣਾ, ਉਹ ਸਾਰੇ ਫਾਰਮੂਲੇ ਵੈਲਿਡ ਹੋਣਗੇ। ਠੀਕ ਹੈ, ਸਟੈਂਡਰਡ ਫਾਰਮੂਲੇ ਦੱਸੂਗਾ ਮੈਂ। ਠੀਕ ਹੈ, ਇਹਦੇ ਨਾਲ ਤੁਹਾਡਾ ਕੰਮ ਵੀ ਈਜ਼ੀ ਹੋ ਜਾਏਗਾ। ਦੇਖੋ 3D ਜਿਹੜੀ ਹੈਗੀ ਆ ਆਪਣੇ 3 ਕੈਟੇਗਰੀ ਵਿੱਚ ਡਿਵਾਈਡ ਹੈਗੀ ਹੈ। ਪਹਿਲੀ ਕੈਟੇਗਰੀ ਵਿੱਚ ਪ੍ਰਿਜ਼ਮ ਆਉਂਦਾ, ਦੂਜੀ ਕੈਟੇਗਰੀ ਵਿੱਚ ਪਿਰਾਮਿਡ ਆਉਂਦਾ, ਤੀਜੀ ਕੈਟੇਗਰੀ ਵਿੱਚ ਸਫੇਅਰ ਆਉਂਦਾ। ਠੀਕ ਹੈ, ਕਿਹੜੀ ਬਾਡੀ ਨੂੰ ਆਪਾਂ ਪ੍ਰਿਜ਼ਮ ਕਵਾਂਗੇ, ਕਿਹੜੀ ਬਾਡੀ ਨੂੰ ਪਿਰਾਮਿਡ, ਕਿਹੜੀ ਬਾਡੀ ਨੂੰ ਆਪਾਂ ਸਫੇਅਰ ਕਵਾਂਗੇ, ਉਹ ਚੈੱਕ ਕਰਦੇ ਹਾਂ। ਠੀਕ ਹੈ, ਹੁਣ ਧਿਆਨ ਨਾਲ ਸਮਝਣਾ, ਪ੍ਰਿਜ਼ਮ ਆਪਾਂ ਉਸ ਬਾਡੀ ਨੂੰ ਕਹਿੰਦੇ ਆ ਜਾਂ ਉਸ ਫਿਗਰ ਨੂੰ ਕਹਿੰਦੇ ਆ ਜਿਹਦੇ ਵਿੱਚ ਹੈਵਿੰਗ ਸੇਮ ਬੇਸ ਐਂਡ ਸੇਮ ਟੌਪ, ਜਿਸ ਦਾ ਬੇਸ, ਜਿਸ ਬਾਡੀ ਦਾ, ਦੇਖੋ ਵੈਸੇ ਤਾਂ 3D ਦੇ ਵਿੱਚ ਬਹੁਤ ਅਲੱਗ-ਅਲੱਗ ਸ਼ੇਪ ਦੀ ਬਾਡੀਜ਼ ਹੁੰਦੀਆਂ ਨੇ। ਠੀਕ ਹੈ, ਬਟ ਜਿਸ ਬਾਡੀ ਦਾ ਬੇਸ ਤੇ ਟੌਪ ਕੀ ਹੋਵੇ? ਸੇਮ ਸ਼ੇਪ ਦਾ ਹੋਵੇ। ਠੀਕ ਹੈ, ਜਿਸ ਬਾਡੀ ਬੇਸ ਵੀ ਤੇ ਟੌਪ ਵੀ ਸੇਮ ਸ਼ੇਪ ਦਾ ਹੋਵੇ, ਉਸ ਨੂੰ ਆਪਾਂ ਕੀ ਕਵਾਂਗੇ? ਪ੍ਰਿਜ਼ਮ ਕਵਾਂਗੇ। ਠੀਕ ਹੈ, ਉਹ ਪ੍ਰਿਜ਼ਮ ਕੈਟੇਗਰੀ ਵਿੱਚ ਲਾਈ ਕਰੇਗੀ। ਜਿਵੇਂ ਆ ਦੇਖੋ, ਆ ਕਿਊਬ ਹੈਗਾ, ਕਿਊਬ ਦੀ ਸਾਈਡ ਕਿੰਨੀ, ਕਿਊਬ ਦਾ ਬੇਸ ਕੈਸਾ ਹੁੰਦਾ? ਸਕੁਆਇਰ ਸ਼ੇਪ ਦਾ। ਇਹਦਾ ਟੌਪ ਵੀ ਕਿਸ ਸ਼ੇਪ ਦਾ ਹੋਏਗਾ? ਸਕੁਆਇਰ ਸ਼ੇਪ ਦਾ। ਦੇਖੋ ਬੇਸ ਵੀ ਸਕੁਆਇਰ ਹੈ, ਟੌਪ ਵੀ ਸਕੁਆਇਰ ਹੈ, ਤੇ ਇਹਦੀ ਕੁਝ ਹਾਈਟ ਹੈਗੀ ਹੈ।
ठीक है। ਤਾਂ ਬੇਸ ਸਕੁਆਇਰ ਟੌਪ ਸਕੁਆਇਰ ਮਤਲਬ ਇਹ ਕਿਹੜੀ ਸ਼ੇਪ ਕੈਟੇਗਰੀ ਚ ਆਏਗਾ, ਪ੍ਰਿਜ਼ਮ ਕੈਟੇਗਰੀ ਚ, ਠੀਕ ਹੈ। ਇਹ ਦੇਖੋ ਆ ਸਿਲੰਡਰ, ਇਹਦਾ ਬੇਸ ਕੈਸਾ ਹੋਏਗਾ, ਦੇਖੋ ਸਿਲੰਡਰ ਦਾ ਬੇਸ ਕੀ ਹੁੰਦਾ, ਸਰਕੂਲਰ, ਜਿਹੜਾ ਸਿਲੰਡਰ ਹੁੰਦਾ ਉਹ ਨੀਚੋਂ ਗੋਲ ਹੋਏ, ਉੱਪਰੋਂ ਵੀ ਕੀ ਹੈਗਾ, ਗੋਲ, ਠੀਕ ਹੈ। ਨੀਚੋਂ ਵੀ ਗੋਲ ਹੈਗਾ, ਉੱਪਰੋਂ ਵੀ ਗੋਲ ਹੈਗਾ, ਮਤਲਬ ਨੀਚੋਂ ਵੀ ਸਰਕੂਲਰ ਹੈਗਾ ਔਰ ਟੌਪ ਵਾਲੇ ਪਾਸੋਂ ਵੀ ਸਰਕੂਲਰ ਹੈਗਾ, ਤਾਂ ਇਹ ਕੀ ਹੋਏਗਾ, ਪ੍ਰਿਜ਼ਮ ਕੈਟੇਗਰੀ ਚ। ਜਿਵੇਂ ਦਾ ਬੇਸ ਉਵੇਂ ਦਾ ਹੀ ਟੌਪ, ਸੇਮ ਬੇਸ ਸੇਮ ਟੌਪ। ਕਿਊਬॉइड ਇੱਟ, ਇੱਟ ਤਾਂ ਤੁਸੀਂ ਦੇਖੀ ਹੋਣੀ, ਠੀਕ ਹੈ। ਇੱਟ ਕਿਆ ਹੁੰਦੀ ਹੈ, ਉਸ ਦਾ ਬੇਸ ਕੈਸਾ ਹੁੰਦਾ, ਦੇਖੋ ਇਸ ਇੱਟ ਦਾ ਬੇਸ ਕੀ ਹੋਏਗਾ, ਇਹ ਰੈਕਟੈਂਗੂਲਰ ਸ਼ੇਪ ਦਾ ਹੈਗਾ, ਠੀਕ ਹੈ। ਤੇ ਜੇ ਮੈਂ ਗੱਲ ਕਰਾਂ ਇਸ ਦੇ ਟੌਪ ਦੀ, ਤਾਂ ਟੌਪ ਵੀ ਕੀ ਹੈਗਾ ਇਹਦਾ, ਧਿਆਨ ਨਾਲ ਦੇਖੋ, ਆ ਦੇਖੋ ਟੌਪ ਵੀ ਕੀ ਹੈਗਾ ਇਹਦਾ, ਰੈਕਟੈਂਗੂਲਰ ਸ਼ੇਪ ਦਾ ਹੈਗਾ, ਮਤਲਬ ਬੇਸ ਵੀ ਰੈਕਟੈਂਗੂਲਰ ਸ਼ੇਪ ਦੀ ਹੈਗੀ ਹੈ, ਟੌਪ ਵੀ ਰੈਕਟੈਂਗੂਲਰ ਸ਼ੇਪ ਦਾ ਹੈਗਾ, ਤਾਂ ਇਹ ਕਿਹੜੀ ਕੈਟੇਗਰੀ ਵਿੱਚ ਆਏਗਾ, ਸੇਮ ਬੇਸ ਸੇਮ ਟੌਪ, ਪ੍ਰਿਜ਼ਮ ਕੈਟੇਗਰੀ ਚ ਆਏਗਾ, ਠੀਕ ਹੈ। ਦੂਜੀ ਕੈਟੇਗਰੀ ਹੈਗੀ ਆਪਣੇ ਕੋਲੇ ਪਿਰਾਮਿਡ। ਪਿਰਾਮਿਡ ਕਿਹੜੀ ਕੈਟੇਗਰੀ ਹੁੰਦੀ ਹੈ, ਹੈਵਿੰਗ ਓਨਲੀ ਬੇਸ ਬਟ ਨੋ ਟੌਪ, ਮਤਲਬ ਜਿਸ ਫਿਗਰ ਦਾ ਆਪਣੇ ਕੋਲੇ ਬੇਸ ਅਵੇਲੇਬਲ ਹੈ ਬਟ ਕੋਈ ਟੌਪ ਅਵੇਲੇਬਲ ਨਹੀਂ ਹੈਗਾ। ਕਿਵੇਂ ਮਤਲਬ, ਜਿਵੇਂ ਆ ਦੇਖ ਲਓ, ਆਵਲੀ ਫਿਗਰ ਨੂੰ ਦੇਖਦੇ ਆਪਾਂ, ਇਹਦਾ ਬੇਸ ਜਿਹੜਾ ਹੈਗਾ ਕਿਹੜੀ ਸ਼ੇਪ ਦਾ ਹੈਗਾ, ਸਕੁਆਇਰ ਸ਼ੇਪ ਦਾ ਦਿਖ ਰਿਹਾ। ਇਜਿਪਟ ਦੇ ਪਿਰਾਮਿਡ ਤਾਂ ਦੇਖੇ ਹੋਣੇ ਤੁਸੀਂ, ਠੀਕ ਹੈ, ਸਕੁਆਇਰ ਸ਼ੇਪ ਦਾ ਹੈਗਾ। ਹੁਣ ਜੇ ਮੈਂ ਇਸ ਦੇ ਬੇਸ ਦੇ ਜਿੰਨੇ ਵੀ ਕਾਰਨਰ ਪੁਆਇੰਟ, ਆ ਦੇਖੋ ਇੱਕ ਪਹਿਲਾ ਕਾਰਨਰ ਪੁਆਇੰਟ, ਦੂਜਾ ਕਾਰਨਰ ਪੁਆਇੰਟ, ਤੀਜਾ ਕਾਰਨਰ ਪੁਆਇੰਟ ਤੇ ਚੌਥਾ ਕਾਰਨਰ ਪੁਆਇੰਟ, ਬੇਸ ਦੇ ਚਾਰੋਂ ਕਾਰਨਰ ਪੁਆਇੰਟਸ ਨੂੰ ਮੈਂ ਉੱਪਰ ਇੱਕ ਸਿੰਗਲ ਪੁਆਇੰਟ ਤੇ ਲਿਜਾ ਕੇ ਜੁਆਇਨ ਕਰਵਾ ਦਾਂ, ਜੇ ਮੈਂ ਬੇਸ ਦੇ ਸਾਰੇ ਕਾਰਨਰ ਪੁਆਇੰਟ ਨੂੰ ਲਿਜਾ ਕੇ ਉੱਪਰ ਇੱਕ ਸਿੰਗਲ ਪੁਆਇੰਟ ਤੇ ਜੁਆਇਨ ਕਰਵਾ ਦਾਂ, ਤਾਂ ਟੌਪ ਵਿੱਚ ਆਪਣੇ ਕੋਲ ਕੋਈ ਫਿਗਰ ਨਹੀਂ ਹੋਏਗੀ, ਟੌਪ ਵਿੱਚ ਸਿਰਫ ਇੱਕ ਡਾਟ ਹੋਏਗਾ ਜਾਂ ਇੱਕ ਬਿੰਦੀ ਰਹੇਗੀ, ਠੀਕ ਹੈ। ਮਤਲਬ ਆਪਣੇ ਕੋਲੇ ਬੇਸ ਤਾਂ ਹੈਗਾ ਪਰ ਟੌਪ ਨਹੀਂ ਹੈਗਾ, ਠੀਕ ਹੈ। ਹੈਵਿੰਗ ਓਨਲੀ ਬੇਸ ਬਟ ਨੋ ਟੌਪ, ਬੇਸ ਹੈਗਾ ਟੌਪ ਨਹੀਂ ਹੈਗਾ। ਜਿਵੇਂ ਕੋਨ ਆਈਸਕ੍ਰੀਮ ਵਾਲੀ, ਆ ਦੇਖੋ ਇਹਦਾ ਬੇਸ ਕੈਸਾ ਹੁੰਦਾ, ਸਰਕੂਲਰ, ਇਹਦਾ ਬੇਸ ਕੀ ਹੈਗਾ, ਸਰਕੂਲਰ, ਤੇ ਇਹਦਾ ਟੌਪ ਵਿੱਚ ਕੀ ਹੈਗਾ, ਕੱਲਾ ਇੱਕ ਡਾਟ ਹੈਗਾ, ਇੱਕ ਪੁਆਇੰਟ ਹੈਗਾ, ਕਿਉਂਕਿ ਸਰਕੂਲਰ ਦੇ ਜਿੰਨੇ ਵੀ ਪੁਆਇੰਟ ਸੀਗੇ ਆਪਾਂ ਨੇ ਉੱਪਰ ਇੱਕ ਉੱਪਰ ਲਿਜਾ ਕੇ ਜੁਆਇਨ ਕਰਵਾਤੇ, ਠੀਕ ਹੈ। ਤਾਂ ਜਦੋਂ ਬੇਸ ਹੈਗਾ ਆਪਣੇ ਕੋਲੇ, ਬੇਸ ਦੇ ਸਾਰੇ ਪੁਆਇੰਟ ਨੂੰ ਮਿਲਾ ਕੇ ਉੱਪਰ ਇੱਕ ਡਾਟ ਤੇ ਜਾ ਕੇ ਚਿਪਕਾਤਾ, ਸਾਰੇ ਪੁਆਇੰਟਸ ਨੂੰ ਮੈਚ ਕਰਵਾਤਾ, ਤਾਂ ਉਹ ਕਿਹੜੀ ਕੈਟੇਗਰੀ ਬਣ ਜਾਏਗੀ, ਪਿਰਾਮਿਡ। ਮਤਲਬ ਬੇਸ ਹੈਗਾ ਟੌਪ ਨਹੀਂ ਹੈਗਾ ਆਪਣੇ ਕੋਲੇ, ਠੀਕ ਹੈ। ਬੇਸ ਵੀ ਹੋਵੇ ਟੌਪ ਵੀ ਹੋਵੇ ਤਾਂ ਪ੍ਰਿਜ਼ਮ, ਕੱਲਾ ਬੇਸ ਤੇ ਨੋ ਟੌਪ ਪਿਰਾਮਿਡ ਆਏਗੀ, ਠੀਕ ਹੈ। ਤੇ ਥਰਡ ਕੈਟੇਗਰੀ ਹੈਗੀ ਆਪਣੇ ਕੋਲੇ ਸਫੇਅਰ। ਸਫੇਅਰ ਦਾ ਮਤਲਬ ਕੀ ਹੋਏਗਾ, ਹੈਵਿੰਗ ਨੋ ਬੇਸ ਨੋ ਟੌਪ, ਜਿਸ ਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇਸ ਦਾ ਬੇਸ ਕਿੱਥੇ ਹੈਗਾ, ਟੌਪ ਕਿੱਥੇ ਹੈਗਾ। ਦੇਖੋ ਸਫੇਅਰ ਕੀ ਹੁੰਦਾ, ਚਾਰੋਂ ਪਾਸੇ ਗੋਲ ਹੁੰਦਾ, ਠੀਕ ਹੈ। ਇਹਨੂੰ ਇਵੇਂ ਖੜਾ ਕਰ ਦੋ, ਇਹ ਫੇਰ ਖੜ ਜਾਏਗਾ, ਉਧਰ ਥੋੜਾ ਹੋਰ ਲੰਬਾ ਪਾ ਦੋ, ਉਧਰਲੇ ਪਾਸੇ ਰੋਲ ਦੋ, ਉਧਰਲੇ ਪਾਸੇ ਰੋਲ ਜਾਏਗਾ। ਮਤਲਬ ਆਪਾਂ ਫਿਕਸ ਨਹੀਂ ਕਹਿ ਸਕਦੇ ਕਿ ਇਸ ਦਾ ਬੇਸ ਇਹ ਹੈਗਾ, ਇਸ ਦਾ ਟੌਪ ਇਹ ਹੈਗਾ, ਪੂਰਾ ਚਾਰੋਂ ਪਾਸੇ ਕੀ ਹੈਗਾ, ਰਾਊਂਡ ਸ਼ੇਪ ਹੈਗੀ ਹੈ, ਜਿਵੇਂ ਮਰਜ਼ੀ ਰੱਖ ਦੋ ਉਹ ਟਿਕ ਜਾਏਗਾ, ਠੀਕ ਹੈ। ਮਤਲਬ ਬੇਸ ਤੇ ਟੌਪ ਇਹਦਾ ਫਿਕਸ ਨਹੀਂ ਹੈਗਾ, ਨੋ ਬੇਸ ਨੋ ਟੌਪ। ਤਾਂ ਥਰਡ ਕੈਟੇਗਰੀ ਕਿਹੜੀ ਆਏਗੀ, ਸਫੇਅਰ ਵਾਲੀ ਆਏਗੀ, ਠੀਕ ਹੈ। ਆਪਾਂ ਨੇ ਇਹੀ ਤਿੰਨ ਕੈਟੇਗਰੀ ਸਟੱਡੀ ਕਰਨੀਆਂ ਨੇ, ਠੀਕ ਹੈ। ਤਾਂ ਤੁਸੀਂ ਇਹੀ ਲੈਕਚਰ, ਇਹ ਪਲੇਲਿਸਟ 3D ਦੀ ਫੋਲੋ ਕਰਦੇ ਰਹਿਣਾ ਡੇਲੀ, ਕਿਉਂਕਿ ਮੈਂ ਬਾਰ-ਬਾਰ ਇਹ ਡੈਫੀਨੇਸ਼ਨ ਨਹੀਂ ਦੱਸੂਗਾ, ਅੱਜ ਪਹਿਲੀ ਵਾਰ ਇਹ ਡੈਫੀਨੇਸ਼ਨ ਦੱਸ ਰਿਹਾ, ਉਸ ਤੋਂ ਬਾਅਦ ਆਪਾਂ ਡਾਇਰੈਕਟ ਕੈਟੇਗਰੀ ਨੂੰ ਟੌਪਿਕ ਵਾਈਜ਼ ਸਟੱਡੀ ਕਰਾਂਗੇ, ਠੀਕ ਹੈ। ਤਾਂ ਅਗੇਨ ਜਦੋਂ ਵੀ ਤੁਸੀਂ ਅਗਲਾ ਵੀਡੀਓ ਦੇਖੋਗੇ ਤਾਂ ਪਿਛਲਾ ਵੀਡੀਓ ਧਿਆਨ ਨਾਲ ਦੇਖਣਾ, ਯਾਦ ਰੱਖਣਾ ਮੈਮਰੀ ਵਿੱਚ। ਚੱਲਦੇ ਹਾਂ ਆਪਾਂ ਅੱਗੇ, ਸਟੱਡੀ ਕਰਦੇ ਆਪਾਂ ਪ੍ਰਿਜ਼ਮ ਕੈਟੇਗਰੀ, ਠੀਕ ਹੈ। ਤਿੰਨ ਕੈਟੇਗਰੀ ਸੀਗੀ, ਪ੍ਰਿਜ਼ਮ, ਪਿਰਾਮਿਡ, ਸਫੇਅਰ, ਠੀਕ ਹੈ। ਹੁਣ ਦੇਖਦੇ ਪ੍ਰਿਜ਼ਮ ਕੈਟੇਗਰੀ ਵਿੱਚ ਕਿਹੜੀ ਕਿਹੜੀ ਬੋਡੀਜ਼ ਆਉਂਦੀਆਂ ਨੇ, ਆਪਾਂ ਉਰੇ ਹੀ ਦੱਸ ਦਿੰਦਾ ਮੈਂ ਤੁਹਾਨੂੰ। ਦੇਖੋ ਪ੍ਰਿਜ਼ਮ ਕੈਟੇਗਰੀ ਵਿੱਚ ਕਿਹੜੀ ਕਿਹੜੀ ਫਿਗਰ ਆਏਗੀ, ਕਿਊਬ, ਦੂਜੀ ਆਏਗੀ ਕਿਊਬॉइड, ਨੋਟ ਕਰ ਲੈਣਾ, ਤੀਜੀ ਆਏਗੀ ਸਿਲੰਡਰ, ਚੌਥੀ ਆਏਗੀ ਆਪਣੇ ਕੋਲੇ ਹੌਲੋ ਸਿਲੰਡਰ, ਠੀਕ ਹੈ। ਪ੍ਰਿਜ਼ਮ ਦੇ ਵਿੱਚ ਆਪਣੇ ਕੋਲੇ ਸਿਰਫ ਚਾਰ ਫਿਗਰਸ ਹੈਗੀ ਸਟੱਡੀ ਕਰਨ ਲਈ, ਕਿਊਬ, ਕਿਊਬॉइड, ਸਿਲੰਡਰ, ਹੌਲੋ ਸਿਲੰਡਰ, ਠੀਕ ਹੈ। ਤੇ ਪਿਰਾਮਿਡ ਵਿੱਚ ਆਪਣੇ ਕੋਲੇ ਇੱਕੋ ਹੀ ਫਿਗਰ ਹੈ ਸਿਲੇਬਸ ਦੇ ਵਿੱਚ, ਵਿਚ ਇਜ਼ ਕੋਨ, ਠੀਕ ਹੈ। ਪਿਰਾਮਿਡ ਤਾਂ ਇਹ ਵੀ ਹੈਗਾ ਬਟ ਇਹ ਸਿਲੇਬਸ ਦਾ ਪਾਰਟ ਨਹੀਂ ਹੈਗਾ, ਠੀਕ ਹੈ। ਸਿਲੇਬਸ ਵਿੱਚ ਆਪਣੇ ਕੋਲੇ ਸਿਰਫ ਕੋਨ ਹੈਗਾ। ਸਫੇਅਰ ਤਾਂ ਇੱਕੋ ਹੀ ਕੈਟੇਗਰੀ, ਸਫੇਅਰ ਦੇ ਵਿੱਚ ਆਪਾਂ ਸਟੱਡੀ ਕਰ ਲਾਂਗੇ, ਇੱਕ ਤਾਂ ਸਫੇਅਰ ਹੋ ਹੀ ਗਿਆ, ਸਫੇਅਰ ਤੇ ਇੱਕ ਹੈਮੀ ਸਫੇਅਰ, ਠੀਕ ਹੈ। ਸਫੇਅਰ ਦਾ ਕੀ ਹੈਗਾ, ਦੋ ਸਫੇਅਰ ਦੇ ਵਿੱਚ ਵੀ ਦੋ ਆਣਗੇ, ਸਫੇਅਰ ਤੇ ਇੱਕ ਹੈਮੀ ਸਫੇਅਰ, ਅਰਧ ਗੋਲਾਰਧ ਤੇ ਪੂਰਾ ਗੋਲਾਰਧ, ਠੀਕ ਹੈ।
ਸਕਰੀਨਸ਼ਾਟ ਲੈ ਲਓ। ਆਪਾਂ ਇਹੀ ਫਿਗਰ ਸਟੱਡੀ ਕਰਨੀਆਂ ਨੇ, ਆਪਣਾ ਸਿਲੇਬਸ ਕੰਪਲੀਟ ਹੋ ਜਾਏਗਾ। ਟੋਟਲ ਕਿੰਨੀ ਫਿਗਰ ਨੇ ਆਪਣੇ ਕੋਲੇ? 1 2 3 4 5 6 7 7 ਫਿਗਰ ਸਟੱਡੀ ਕਰਨੀਆਂ ਨੇ। ਮੈਂਸੂਰੇਸ਼ਨ 3D ਖਤਮ, ਪਟਵਾਰੀ ਵਿੱਚ ਭਾਵੇਂ ਜਿਵੇਂ ਮਰਜ਼ੀ ਪੁੱਛ ਲਿਆ, ਆਪਾਂ ਆਨਸਰ ਦੇ ਦਾਂਗੇ। ਚੱਲਦੇ ਹਾਂ ਆਪਾਂ ਆਪਣੇ ਵੈਰੀ ਫਸਟ ਟੌਪਿਕ ਤੇ, ਵਿਚ ਇਜ਼ ਪ੍ਰਿਜ਼ਮ। ਪ੍ਰਿਜ਼ਮ ਦੇ ਵਿੱਚ ਮੈंने ਲਿਖਵਾਤਾ ਸੀਗਾ 4 ਬॉडीज ਨੇ। ਦੇਖੋ ਪ੍ਰਿਜ਼ਮ ਦੇ ਵਿੱਚ ਕਿਆ ਹੁੰਦਾ ਹੈਗਾ, ਕਿਆ ਕਿਆ ਪੁੱਛੇਗਾ? CSA/LSA। CSA ਦਾ ਮਤਲਬ ਕੀ ਹੋਏਗਾ? ਕਰਵਡ ਸਰਫੇਸ ਏਰੀਆ। LSA ਦਾ ਮਤਲਬ ਕੀ ਹੋਏਗਾ? ਲੇਟਰਲ ਸਰਫੇਸ ਏਰੀਆ। ਦੋਨਾਂ ਦਾ ਮਤਲਬ ਸੇਮ ਹੀ ਹੈਗਾ, ਠੀਕ ਹੈ, ਦੋਨਾਂ ਦਾ ਮਤਲਬ ਸੇਮ ਹੋਏਗਾ। ਕਰਵਡ ਸਰਫੇਸ ਏਰੀਆ ਤੇ ਲੇਟਰਲ ਸਰਫੇਸ ਦਾ ਏਰੀਆ ਮਤਲਬ ਕਿਆ ਹੁੰਦਾ? ਦੇਖੋ ਕਰਵਡ ਸਰਫੇਸ ਏਰੀਆ ਦਾ ਮਤਲਬ ਕੀ ਹੋਏਗਾ? ਆਲੇ ਦੁਆਲੇ ਦਾ ਏਰੀਆ। ਮੰਨ ਲਓ ਤੁਸੀਂ ਇੱਕ ਰੂਮ ਵਿੱਚ ਬੈਠੇ ਹੋ, ਇਮੇਜਿਨ ਕਰੋ ਤੁਸੀਂ ਇੱਕ ਕਮਰੇ ਵਿੱਚ ਬੈਠੇ ਹੋ। ਤੁਹਾਡੇ ਕਮਰੇ, ਜਿਸ ਕਮਰੇ ਦੇ ਵਿੱਚ ਤੁਸੀਂ ਬੈਠੇ ਹੋ, ਆਲੇ ਦੁਆਲੇ ਕਿਹੜਾ ਏਰੀਆ ਹੋਏਗਾ? ਤੁਹਾਡੇ ਕੋਲੇ ਏਰੀਆ ਆਫ 4 ਦੀਵਾਰੀ। ਜੇ 4 ਦੀਵਾਰੀ ਹੈਗੀ ਹੈ, ਦੀਵਾਰਾਂ ਕਿੰਨੀਆਂ ਨੇ? 4। ਤਾਂ ਉਹ 4 ਦੀਵਾਰਾਂ ਦਾ ਜਿਹੜਾ ਏਰੀਆ ਹੋਏਗਾ ਉਹ ਤੁਹਾਡਾ ਆਲੇ ਦੁਆਲੇ ਦਾ ਏਰੀਆ ਹੋਏਗਾ। ਤਾਂ ਕਰਵਡ ਸਰਫੇਸ ਏਰੀਆ ਕੀ ਹੋਏਗਾ? ਆਲੇ ਦੁਆਲੇ ਦਾ ਏਰੀਆ, ਏਰੀਆ ਆਫ ਸਰਾਊਂਡਿੰਗਸ, ਠੀਕ ਹੈ। TSA ਦਾ ਮਤਲਬ ਕੀ ਹੁੰਦਾ ਹੈਗਾ? ਟੋਟਲ ਸਰਫੇਸ ਏਰੀਆ, ਠੀਕ ਹੈ। ਦੇਖੋ ਕਰਵਡ ਸਰਫੇਸ ਏਰੀਆ ਦਾ ਮਤਲਬ ਆਲੇ ਦੁਆਲੇ ਦਾ ਏਰੀਆ, ਆਲੇ ਦੁਆਲੇ ਦਾ ਮਤਲਬ ਸਰਾਊਂਡਿੰਗਸ ਦਾ। ਇਹਦੇ ਵਿੱਚ ਆਪਾਂ ਕਰਵਡ ਸਰਫੇਸ ਏਰੀਆ ਵਿੱਚ ਆਪਾਂ ਆਲੇ ਦੁਆਲੇ ਦਾ ਏਰੀਆ ਲਵਾਂਗੇ, ਟੌਪ ਦਾ ਤੇ ਬਾਟਮ ਦਾ ਇਨਕਲੂਡ ਨਹੀਂ ਕਰਦੇ, ਕਿਉਂਕਿ ਆਲੇ ਦੁਆਲੇ ਵਿੱਚ ਤੁਹਾਡੀ 4 ਦੀਵਾਰੀ ਆਏਗੀ, ਭਾਵੇਂ 5 ਦੀਵਾਰ ਹੋਣ, ਭਾਵੇਂ 6 ਦੀਵਾਰ ਹੋਣ, ਭਾਵੇਂ ਦੀਵਾਰ ਨਾ ਹੋਵੇ, ਗੋਲ ਕਮਰਾ ਹੋਵੇ, ਠੀਕ ਹੈ। ਤਾਂ ਉਹ ਆਲੇ ਦੁਆਲੇ ਦਾ ਏਰੀਆ ਹੀ ਆਏਗਾ, ਟੌਪ ਤੇ ਬਾਟਮ ਨਹੀਂ ਆਂਦਾ ਕਰਵਡ ਸਰਫੇਸ ਏਰੀਆ ਵਿੱਚ। ਟੋਟਲ ਸਰਫੇਸ ਏਰੀਆ ਦਾ ਮਤਲਬ ਕੀ ਹੋ ਗਿਆ? ਤੁਹਾਡੇ ਕੋਲ ਜਿੰਨੀ ਵੀ ਸਰਫੇਸ ਹੈਗੀ ਹੈ, ਟੋਟਲ ਸਰਫੇਸ ਏਰੀਆ ਮਤਲਬ ਜਿੰਨੀ ਵੀ ਟੋਟਲ ਸਰਫੇਸ ਹੈਗੀ ਹੈ, ਸਰਫੇਸ ਮਤਲਬ ਜਿੰਨੀ ਵੀ ਫਰਸ਼ ਵਗੈਰਾ ਹੈਗੀ ਹੈ, ਉਹਨਾਂ ਸਾਰਿਆਂ ਦਾ ਏਰੀਆ, ਠੀਕ ਹੈ। ਤਾਂ ਟੋਟਲ ਸਰਫੇਸ ਏਰੀਆ ਦਾ ਕੀ ਆ ਗਿਆ ਆਪਣੇ ਕੋਲੇ? ਦੇਖੋ ਟੋਟਲ ਸਰਫੇਸ ਏਰੀਆ ਵਿੱਚ ਆਲੇ ਦੁਆਲੇ ਦਾ ਏਰੀਆ ਤਾਂ ਕਵਰ ਹੋਏਗਾ ਹੀ ਹੋਏਗਾ, ਉਸ ਦੇ ਵਿੱਚ ਆਪਾਂ ਟੌਪ ਦਾ ਵੀ ਏਰੀਆ ਲਵਾਂਗੇ ਤੇ ਬਾਟਮ ਦਾ ਵੀ ਏਰੀਆ ਲਵਾਂਗੇ। ਤਾਂ ਟੋਟਲ ਸਰਫੇਸ ਏਰੀਆ ਕੀ ਆ ਜਾਏਗਾ? ਕਰਵਡ ਸਰਫੇਸ ਏਰੀਆ ਪਲਸ ਏਰੀਆ ਆਫ ਬੇਸ ਪਲਸ ਏਰੀਆ ਆਫ ਟੌਪ, ਠੀਕ ਹੈ। ਤਾਂ ਟੋਟਲ ਸਰਫੇਸ ਏਰੀਆ ਦਾ ਸਟੈਂਡਰਡ ਫਾਰਮੂਲਾ ਕੀ ਬਣ ਗਿਆ? ਹੁਣ ਇਹ ਚੀਜ਼ ਨਾ ਮੈਂ ਸਟੈਂਡਰਡ ਫਾਰਮੂਲਾ ਲਿਖਵਾ ਰਿਹਾ। ਟੋਟਲ ਸਰਫੇਸ ਏਰੀਆ ਦਾ ਸਟੈਂਡਰਡ ਫਾਰਮੂਲਾ ਕੀ ਬਣ ਗਿਆ ਆਪਣੇ ਕੋਲੇ? ਕਰਵਡ ਸਰਫੇਸ ਏਰੀਆ प्लस एरिया ऑफ बेस एंड प्लस एरिया ऑफ टॉप। ये टोटल सरफेस एरिया का स्टैंडर्ड फॉर्मूला हैगा प्रिज्म कैटेगरी ਲਈ, ठीक है। याद रखना प्रिज्म कैटेगरी ਲਈ टोटल सरफेस एरिया का स्टैंडर्ड फॉर्मूला की हैगा? कर्व्ड सरफेस एरिया प्लस एरिया ऑफ बेस प्लस एरिया ऑफ टॉप, ठीक है। ਤੇ ਉਹੀ ਪ੍ਰਿਜ਼ਮ ਕੈਟਾਗਰੀ ਦੇ ਲਈ ਕਰਵਡ ਸਰਫੇਸ ਏਰੀਆ ਦਾ ਸਟੈਂਡਰਡ ਫਾਰਮੂਲਾ ਕੀ ਬਣੇਗਾ? कर्व्ड सरफेस एरिया लेटर सरफेस एरिया प्रिज्म कैटेगरी का की बनेगा? देखो आले दुआले का एरिया किवें पता करना है प्रिज्म कैटेगरी, याद रखना मैं बार बार बोल रहा प्रिज्म कैटेगरी ਲਈ कर्व्ड सरफेस एरिया का फॉर्मूला की हैगा? ਪੈਰੀਮੀਟਰ ਆਫ ਬੇਸ ਇਨਟੂ ਹਾਈਟ। ਹੁਣ ਜੇ ਤੁਹਾਨੂੰ ਨਹੀਂ ਪਤਾ ਪੈਰੀਮੀਟਰ ਕੀ ਹੁੰਦਾ ਹੈਗਾ, ਕਿਵੇਂ ਪਤਾ ਕਰਦੇ ਨੇ, ਤਾਂ ਸਭ ਤੋਂ ਪਹਿਲਾਂ ਜਾ ਕੇ 2D ਦੀ ਵੀਡੀਓ ਦੇਖੋ, ਠੀਕ ਹੈ। ਪੈਰੀਮੀਟਰ ਕੀ ਹੁੰਦਾ? ਆਲੇ ਦੁਆਲੇ ਦੀ ਬਾਉਂਡਰੀ, ਠੀਕ ਹੈ। ਪੈਰੀਮੀਟਰ ਆਫ ਬੇਸ मतलब बेस जिस शेप का हैगा, जे मान लो प्रिज्म कैटेगरी जो प्रिज्म फिगर हैगी थोड़ी उसका बेस सर्कुलर हैगा तो सर्कल का पैरीमीटर लेना है। जे बेस थोड़ा स्क्वायर शेप का हैगा तो स्क्वायर का पैरीमीटर लेना है। जे बेस थोड़ा रैक्टेंगल शेप का हैगा तो रैक्टेंगल का पैरीमीटर लोगे, ठीक है। तो कर्व्ड सरफेस एरिया का स्टैंडर्ड फॉर्मूला की हैगा? पैरीमीटर ऑफ बेस इनटू हाइट। बेस के पैरीमीटर को हाइट नाल मल्टीप्लाई कर दो, थोड़ा कर्व्ड सरफेस एरिया आ जाएगा, ठीक है। टोटल सरफेस एरिया की होएगा? कर्व्ड सरफेस एरिया प्लस एरिया ऑफ बेस प्लस एरिया ऑफ टॉप। वॉल्यूम की आएगी? वॉल्यूम का फॉर्मूला की बन गया? एरिया ऑफ बेस इनटू हाइट। जे मैं बेस के एरिया को हाइट नाल मल्टीप्लाई करदा तो अपने को की आ जाएगा? उस 3D फिगर का वॉल्यूम आ जाएगा। बट वो 3D फिगर किहड़ी कैटेगरी विच लाई करनी चाहिए है? प्रिज्म कैटेगरी विच, तां ही वॉल्यूम आएगा, अदरवाइज वॉल्यूम नहीं आएगा इस फॉर्मूले नाल। तो आही 3 स्टैंडर्ड फॉर्मूले ने जिहड़ा मैं कह रहा सीगा, तुसी आ 3 फॉर्मूले याद कर लो, मोर दैन सफिशेंट हैगा, ठीक है। यही फॉर्मूले आपां क्यूब विच यूज़ करांगे, यही 3 फॉर्मूले आपां क्यूबॉइड विच यूज़ करांगे, यही 3 फॉर्मूले आपां सिलेंडर विच यूज़ करांगे, यही 3 फॉर्मूले आपां हॉलो सिलेंडर विच यूज़ करांगे, ठीक है। तो चलते हैं आपां अपने वैरी फस्ट टॉपिक विच। स्क्रीनशॉट ले लेना, जे तुहानूं स्पीड स्लो लग रही है तो फास्ट कर लेना, फास्ट तो लगेगी नहीं, मैं काफ़ी स्लो बोल रहा। सब तो पहला टाइप आ गया अपनी क्यूब, ठीक है। सब तो पहली फिगर की हैगी क्यूब। देखो क्यूब जिहड़ा हैगा, ध्यान नाल समझना, इस शेप का हैगा क्यूब, ठीक है। क्यूब का जिहड़ा बेस हुंदा, मैनूं ये दसो
ਜਿਹੜਾ ਰੂਬਿਕਸ ਕਿਊਬ ਤੁਹਾਨੂੰ ਕਿਊਬ ਤਾਂ ਦੇਖਿਆ ਹੋਣਾ ਨਾ, ਰੂਬਿਕਸ ਕਿਊਬ, ਠੀਕ ਹੈ, ਜਿਹੜਾ ਕਲਰਫੁਲ ਬਾਕਸ ਆਉਂਦਾ ਹੈਗਾ, ਆਪਾਂ ਪਹਿਲਾਂ ਉਸ ਨੂੰ ਵਿਗਾੜਦੇ ਹਾਂ ਫਿਰ ਬਣਾਉਂਦੇ ਹੈਗੇ, ਠੀਕ ਹੈ। ਤਾਂ ਕਿਊਬ ਦਾ ਜਿਹੜਾ ਬੇਸ ਹੈਗਾ ਉਹ ਕਿਹੜੀ ਸ਼ੇਪ ਦਾ ਹੁੰਦਾ ਹੈਗਾ? ਕਿਊਬ ਦਾ ਜਿਹੜਾ ਬੇਸ ਹੈਗਾ, ਕਿਊਬ ਦਾ ਜਿਹੜਾ ਬੇਸ ਹੈਗਾ ਕਿਹੜੀ ਸ਼ੇਪ ਦਾ ਹੋਏਗਾ? ਸਕੁਆਇਰ ਸ਼ੇਪ ਦਾ। ਇਸ ਤਰੀਕੇ ਦਾ ਹੁੰਦਾ ਕੁਝ। ਧਿਆਨ ਨਾਲ ਸਮਝਣਾ, ਕਿਊਬ ਦਾ ਬੇਸ ਕੀ ਹੋਏਗਾ? ਸਕੁਆਇਰ ਸ਼ੇਪ ਦਾ। ਇਹ ਬਣ ਗਿਆ ਤੁਹਾਡਾ ਕਿਊਬ, ਠੀਕ ਹੈ, ਕਲੀਅਰ। ਤਾਂ ਇਟ ਕਮਸ ਅੰਡਰ ਪ੍ਰਿਜ਼ਮ ਕੈਟੇਗਰੀ, ਠੀਕ ਹੈ। ਇਹ ਕਿਊਬ ਦਾ ਬੇਸ ਜਿਹੜਾ ਹੈਗਾ ਸਕੁਆਇਰ ਸ਼ੇਪ ਦਾ ਹੈਗਾ, ਟੌਪ ਵੀ ਕੀ ਹੈਗਾ? ਸਕੁਆਇਰ ਸ਼ੇਪ ਦਾ। ਤਾਂ ਕਿਹੜੀ ਕੈਟੇਗਰੀ ਵਿੱਚ ਆਏਗਾ? ਪ੍ਰਿਜ਼ਮ ਕੈਟੇਗਰੀ ਵਿੱਚ। ਤੇ ਜੇ ਇਹ ਪ੍ਰਿਜ਼ਮ ਕੈਟੇਗਰੀ ਵਿੱਚ ਆ ਰਿਹਾ ਹੈਗਾ ਤਾਂ ਹੁਣ ਧਿਆਨ ਨਾਲ ਦੇਖੋ, ਕਰਵਡ ਸਰਫੇਸ ਏਰੀਆ ਕੀ ਹੋਏਗਾ? ਪੈਰੀਮੀਟਰ ਆਫ ਬੇਸ ਇਨਟੂ ਹਾਈਟ। ਜੇ ਮੈਂ ਮੰਨ ਲਾ ਕਿਊਬ ਦੀ ਸਾਈਡ ਕਿੰਨੀ ਹੈਗੀ ਹੈ? A, ਸਾਈਡ ਆਫ ਕਿਊਬ ਕੀ ਆ ਜਾਏਗਾ? A, ਠੀਕ ਹੈ। ਬੇਸ ਕੀ ਹੈਗਾ? ਸਕੁਆਇਰ ਸ਼ੇਪ ਦਾ, ਤਾਂ ਇੱਧਰ ਵਾਲੀ ਸਾਈਡ ਵੀ ਕੀ ਹੋਏਗੀ? A। ਹਾਈਟ ਵੀ ਕਿੰਨੀ ਆ ਜਾਏਗੀ ਇਸ ਦੀ? A, ਕਿਉਂਕਿ ਕਿਊਬ ਹੈਗਾ, ਕਿਊਬ ਵਿੱਚ ਸਾਰੀ ਸਾਈਡਾਂ ਕਿਆ ਹੁੰਦੀਆਂ ਨੇ? ਇਕੁਅਲ। ਤਾਂ ਪੈਰੀਮੀਟਰ ਆਫ ਬੇਸ, ਬੇਸ ਦਾ ਪੈਰੀਮੀਟਰ ਕੀ ਹੋਏਗਾ? A ਪਲਸ A ਪਲਸ A ਪਲਸ A। ਸਕੁਆਇਰ ਦਾ ਪੈਰੀਮੀਟਰ ਕੀ ਹੁੰਦਾ? 4A, ਠੀਕ ਹੈ। ਜੇ ਨਹੀਂ ਪਤਾ ਪੈਰੀਮੀਟਰ ਕਿਵੇਂ ਕੱਢਣਾ ਤਾਂ ਪਹਿਲਾਂ ਤੁਸੀਂ 2D ਦੀ ਵੀਡੀਓ ਜਾ ਕੇ ਦੇਖੋ। ਤਾਂ ਪੈਰੀਮੀਟਰ ਆਫ ਬੇਸ ਕੀ ਆਏਗਾ? 4A। ਹਾਈਟ ਕਿੰਨੀ ਹੈਗੀ ਹੈ? A। ਤਾਂ ਕਿਊਬ ਦਾ ਕਰਵਡ ਸਰਫੇਸ ਏਰੀਆ ਕੀ ਆ ਗਿਆ? 4A ਸਕੁਆਇਰ, ਠੀਕ ਹੈ। ਟੋਟਲ ਸਰਫੇਸ ਏਰੀਆ ਕੀ ਆਏਗਾ ਕਿਊਬ ਦਾ? ਟੋਟਲ ਸਰਫੇਸ ਏਰੀਆ ਦਾ ਸਟੈਂਡਰਡ ਫਾਰਮੂਲਾ ਕੀ ਹੈਗਾ? ਕਰਵਡ ਸਰਫੇਸ ਏਰੀਆ ਪਲਸ ਏਰੀਆ ਆਫ ਬੇਸ ਪਲਸ ਏਰੀਆ ਆਫ ਟॉप। देखो कर्व्ड सरफेस एरिया कितना है? 4A स्क्वायर। बेस का एरिया की होएगा? बेस केड़ी शेप का हैगा? स्क्वायर शेप का। स्क्वायर का एरिया A स्क्वायर। टॉप भी केड़ी शेप का? स्क्वायर। स्क्वायर का एरिया A स्क्वायर। तो टोटल सरफेस एरिया क्या आएगा? 4A स्क्वायर प्लस A स्क्वायर प्लस A स्क्वायर 6A स्क्वायर, ठीक है। वॉल्यूम का फॉर्मूला की? एरिया ऑफ बेस इनटू हाइट। बेस का एरिया A स्क्वायर, हाइट कितनी है? A। तो क्यूब का वॉल्यूम की आ जाएगा? A क्यूब आ जाएगा। क्यूब का वॉल्यूम क्या आएगा? A क्यूब आएगा। ਤਾਂ ਆਪਾਂ ਨੇ ਉਹ ਤਿੰਨ ਸਟੈਂਡਰਡ ਫਾਰਮੂਲੇ ਯੂਜ਼ ਕਰਕੇ ਕਿਊਬ ਦੇ ਕਰਵਡ ਸਰਫੇਸ ਏਰੀਆ ਵੀ ਕੱਢ ਲਿਆ, ਟੋਟਲ ਸਰਫੇਸ ਏਰੀਆ ਵੀ ਕੱਢ ਲਿਆ, ਵੋਲਿਊਮ ਵੀ ਕੱਢ ਲਿਆ, ਠੀਕ ਹੈ। ਕਿਊਬ ਦੇ ਵਿੱਚ ਨਾ ਧਿਆਨ ਨਾਲ ਸਮਝਣਾ, ਇੱਕ ਚੀਜ਼ ਐਕਸਟਰਾ ਪੁੱਛੀ ਜਾਂਦੀ ਹੈ, ਡਾਇਗਨਲ ਆਫ ਕਿਊਬ, ਠੀਕ ਹੈ। ਕਿਊਬ ਦਾ ਡਾਇਗਨਲ, ਦੇਖੋ ਡਾਇਗਨਲ ਦਾ ਮਤਲਬ ਕੀ ਹੁੰਦਾ ਹੈਗਾ, ਹੁਣ ਧਿਆਨ ਨਾਲ ਦੇਖਣਾ, ਆਹ ਵਾਲੀ ਲਾਈਨ ਵੀ ਨੋਟ ਕਰ ਲੈਣਾ, ਸਕਰੀਨਸ਼ਾਟ ਲੈ ਲੈਣਾ। ਡਾਇਗਨਲ ਇਜ਼ also known as the longest length in any 3D figure। किसी भी 3D फिगर ਵਿੱਚ ਸਭ ਤੋਂ ਲੌਂਗੈਸਟ ਲੈਂਥ ਨੂੰ ਆਪਾਂ ਕੀ ਕਹਿੰਦੇ ਨੇ? ਡਾਇਗਨਲ ਕਹਿੰਦੇ ਨੇ। ਤਾਂ ਮੈਨੂੰ ਆ ਕਿਊਬ ਦੇਖੋ, ਆ ਕਿਊਬ ਦੇਖ ਕੇ ਦੱਸੋ, ਜੇ ਮੈਂ ਨਾਮ ਰੱਖਦਾ A B C D E F G, ਠੀਕ ਹੈ। ਹੁਣ ਇਸ ਕਿਊਬ ਦੇ ਵਿੱਚ ਸਭ ਤੋਂ ਲੰਬੀ ਲੈਂਥ ਕਿਹੜੀ ਹੋਏਗੀ? ਇਸ ਕਿਊਬ ਦੇ ਵਿੱਚ ਸਭ ਤੋਂ ਲੌਂਗੈਸਟ ਲੈਂਥ ਕੀ ਹੋਏਗੀ? ਮੰਨ ਲਓ ਜੇ ਤੁਸੀਂ ਇੱਕ ਕਮਰੇ ਵਿੱਚ ਬੈਠੇ ਹੋ ਤਾਂ ਇੱਕ ਰੂਮ ਦੇ ਵਿੱਚ ਸਭ ਤੋਂ ਲੰਬੀ ਲੈਂਥ ਕਿਹੜੀ ਹੁੰਦੀ ਹੈ? ਮੰਨ ਲੈਂਦੇ ਆਪਾਂ ਇਹ ਕਿਊਬ ਹੈਗਾ, ਇਸ ਦੇ ਵਿੱਚ ਸਭ ਤੋਂ ਲੌਂਗੈਸਟ ਲੈਂਥ ਕੀ ਹੋਏਗੀ? ਆ A ਪੁਆਇੰਟ ਤੋਂ ਲੈ ਕੇ ਬਿਲਕੁਲ ਮਿਡਲ ਤੋਂ ਆ ਆਪੋਜ਼ਿਟ ਪੁਆਇੰਟ D ਤੱਕ, ਠੀਕ ਹੈ। ਆ ਇੱਕ ਕਿਊਬ ਜਿਹੜਾ ਹੈਗਾ ਉਹ ਰੂਮ ਸ਼ੇਪ ਦਾ ਹੈਗਾ, ਠੀਕ ਹੈ। ਇਸ ਖੁੰਝੇ ਤੋਂ ਲੈ ਕੇ ਦੂਸਰੇ ਆਪੋਜ਼ਿਟ ਥੱਲੇ ਵਾਲੇ ਖੁੰਝੇ ਤੱਕ ਜਿਹੜੀ ਲੈਂਥ ਹੋਏਗੀ, ਆ ਖੁੰਝੇ ਤੋਂ ਲੈ ਕੇ ਆਪੋਜ਼ਿਟ ਖੁੰਝੇ ਤੱਕ ਜਿਹੜੀ ਲੈਂਥ ਹੋਏਗੀ ਉਹੀ ਹੋਏਗੀ ਡਾਇਗਨਲ ਆਪਣੇ ਕੋਲੇ ਕਿਊਬ ਦੀ, ਠੀਕ ਹੈ। ਤਾਂ ਕਿਊਬ ਦਾ ਡਾਇਗਨਲ ਕੀ ਹੁੰਦਾ ਹੈਗਾ? A ਇੰਟੂ ਰੂਟ 3, ਠੀਕ ਹੈ। ਸਾਈਡ ਨੂੰ ਰੂਟ 3 ਨਾਲ ਮਲਟੀਪਲਾਈ ਕਰ ਦੋ, ਉਹ ਕੀ ਆ ਜਾਏਗਾ? ਕਿਊਬ ਦਾ ਡਾਇਗਨਲ ਆ ਜਾਏਗਾ। ਇਹਦਾ ਪ੍ਰੂਫ ਮੈਂ ਨਹੀਂ ਕਰਵਾ ਰਿਹਾ, ਪ੍ਰੂਫ ਲੈਂਥੀ ਹੈਗਾ, ਟਾਈਮ ਵੇਸਟ ਹੋਏਗਾ, ਐਂਡ ਵਿੱਚ ਫਾਰਮੂਲਾ ਇਹੀ ਆ ਜਾਏਗਾ, ਠੀਕ ਹੈ। ਤਾਂ ਤੁਸੀਂ ਡਾਇਰੈਕਟ ਯਾਦ ਰੱਖ ਲਓ, ਇਹ ਐਕਸਟਰਾ ਚੀਜ਼ ਹੈਗੀ ਹੈ ਯਾਦ ਰੱਖਣ ਲਈ, ਬਾਕੀ ਤਾਂ ਸਟੈਂਡਰਡ ਫਾਰਮੂਲੇ ਨਾਲ ਆਇਆ ਹੈ। ਪੈਰੀਮੀਟਰ ਆਫ ਬੇਸ ਇਨਟੂ ਹਾਈਟ, CSA ਪਲਸ ਏਰੀਆ ਆਫ ਬੇਸ ਪਲਸ ਏਰੀਆ ਆਫ ਟॉप, ਏਰੀਆ ਆਫ ਬੇਸ ਇਨਟੂ ਹਾਈਟ, ਇਹ ਤਾਂ ਸਟੈਂਡਰਡ ਫਾਰਮੂਲੇ ਨਾਲ ਆਇਆ, ਇਹ ਐਕਸਟਰਾ ਯਾਦ ਰੱਖਣਾ ਪਏਗਾ। ਡਾਇਗਨਲ ਆਫ ਕਿਊਬ ਕੀ ਆ ਜਾਏਗਾ? A ਰੂਟ 3, ਸਾਈਡ ਨੂੰ ਰੂਟ 3 ਨਾਲ ਮਲਟੀਪਲਾਈ ਕਰ ਦੋ, ਆਪਣੇ ਕੋਲੇ ਡਾਇਗਨਲ ਆ ਜਾਏਗਾ, ਕਲੀਅਰ। ਤਾਂ ਚੱਲਦੇ ਹਾਂ ਆਪਾਂ ਸਿੱਧਾ ਹੁਣ ਕੁਐਸਚਨ ਸਟਾਰਟ ਕਰਦੇ ਨੇ, ਕੁਐਸਚਨ ਕਿਵੇਂ ਪੁੱਛੇਗਾ ਤੇ ਆਪਾਂ ਨੇ ਕੁਐਸਚਨ ਕਿਸ ਤਰੀਕੇ ਨਾਲ ਅਟੈਂਪਟ ਕਰਨੇ ਨੇ, ਠੀਕ ਹੈ। ਸਕਰੀਨਸ਼ਾਟ ਲੈ ਲਓ, ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਚਲੋ, very first question, what is the volume of cube in cubic centimeter whose diagonal measure 4 root 3 centimeter। देखो diagonal कितना ਹੁੰਦਾ है क्यूब ਦਾ?
ਹੁਣ ਆਪਾਂ क्वेश्चन फटाफट करते हैं। क्यूब का डायगोनल की होएगा a√3। ਆਪਾਂ ਨੇ ਕੀ फाइंड करना वॉल्यूम कितना ਹੁੰਦਾ a क्यूब। मतलब जे साइड की वैल्यू पता लग गए तो आप वॉल्यूम कट लाँगे। देखो डायगोनल कितना दिता हुआ है 4√3। इसका मतलब a√3 की वैल्यू कितनी है 4√3। ਹੁਣ ਧਿਆਨ ਨਾਲ देखना √3 ਨਾਲ √3 कट जाएगा a की वैल्यू कितनी आएगी 4 सेंटीमीटर। जे a की वैल्यू 4 सेंटीमीटर आ गई तो वॉल्यूम कितना आएगा 4 का क्यूब 64 सेंटीमीटर क्यूब आ जाएगा 64 ऑप्शन सी। ठीक है ईजी क्वेश्चन सीगा क्वेश्चन ईजी आते हैं। चलते नैक्सट क्वेश्चन ते इफ द टोटल सरफेस एरिया ऑफ अ क्यूब इज 96 सेंटीमीटर स्क्वायर इट्स वॉल्यूम इज। ठीक है देखो ਇਹਦਾ ਕਰਨ ਦਾ ਨਾ ਇੱਕ ਸ਼ਾਰਟਕਟ ਮੈਥਡ ਵੀ ਹੈਗਾ ਇੱਕ ਬੇਸਿਕ ਮੈਥਡ ਵੀ ਹੈਗਾ। ਪਹਿਲਾਂ ਸ਼ਾਰਟਕਟ ਸਮਝੋ ਬੇਸਿਕ ਤਾਂ ਮੈਂ ਦੱਸ ਹੀ ਦਊਂਗਾ। ਠੀਕ ਹੈ ਸ਼ਾਰਟਕਟ ਦੇਖੋ ਵੋਲਿਊਮ ਕੀ ਪੁੱਛਿਆ ਸਾਡੇ ਤੋਂ ਇਟਸ ਵੋਲਿਊਮ। ਵੋਲਿਊਮ ਕੀ ਹੁੰਦਾ ਹੈਗਾ वॉल्यूम की यूनिट की होंगी है मीटर क्यूब। मतलब क्यूब का वॉल्यूम की होएगा क्यूब का वॉल्यूम क्या होंगे ए क्यूब। मतलब की होया कि साडे को ए की हैगी साइड इसका मतलब क्यूब की जी साइड आएगी जो भी साइड होएगी उसका की करना पएगा क्यूब करना पएगा तो साडे कोल वॉल्यूम आ जाएगा। मतलब जी साइड आएगी वो कुछ ना कुछ वैल्यू होएगी 2 सेंटीमीटर 3 सेंटीमीटर 4 सेंटीमीटर। मान लो जी साइड आ गई 2 सेंटीमीटर तो वॉल्यूम की होएगा 2 का क्यूब। जे मान लो साइड आ गई 3 सेंटीमीटर तो वॉल्यूम की हो जाएगा 3 का क्यूब। जे मान लो साइड आ गई 5 सेंटीमीटर तो वॉल्यूम की होएगा 5 का क्यूब। मतलब जो वॉल्यूम होएगा वो किसी ना किसी नंबर का की होएगा क्यूब होएगा। तुसी ऑप्शन विच देखो कि केड़ा ऑप्शन हैगा जो किसी नंबर का क्यूब बन रहा है। देखो 56 किसी भी नंबर का क्यूब नहीं होंदा तो ये आंसर नहीं हो सकता। 16 जेड़ा हैगा वो किसी भी नंबर का क्यूब नहीं होंदा। 16 जेड़ा हैगा 4 का स्क्वायर होंदा क्यूब नहीं होंदा ए भी ऑप्शन नहीं होएगा। 36 का स्क्वायर होंदा किसी भी नंबर का क्यूब नहीं होंदा। 64 जेड़ा हैगा 64 ये ना 4 का क्यूब होंदा हैगा। मतलब अपने कोल की आएगा ऑप्शन सी विल बी द राइट आंसर। ठीक है बस यही देखना हैगा कि क्यूब केड़ा हैगा केड़ा नंबर है इन्हां विच केड़ा ऑप्शन है जेड़ा किसी नंबर का क्यूब हैगा। ना ए सीगा ना बी सीगा ना डी सीगा ऑप्शन सी आ जाएगा अपना आंसर। ये तो होया बाय लॉजिक। ठीक है लॉजिक आपने यूज कर लिया आंसर आ गया। बाय मैथड देख लेंगे ने टोटल सरफेस एरिया कितना दिता होया 96 सेंटीमीटर स्क्वायर। टोटल सरफेस एरिया दा फॉर्मूला क्या होंदा 6a स्क्वायर। 6a स्क्वायर की इक्वल है 96 दे ए स्क्वायर की इक्वल आएगा 96 बटा 6 16। जे ए स्क्वायर की वैल्यू आ गई 16 तो ए की वैल्यू की आएगी √16। 16 का रूट कितना होंदा प्लस माइनस 4 आएगा अपन माइनस नहीं लवांगे प्लस 4 सेंटीमीटर आ जाएगा। वॉल्यूम की आएगा ए क्यूब 4 क्यूब इक्वल्स टू 64 सेंटीमीटर क्यूब ऑप्शन सी। ये हैगा मैथड। ठीक है तो लॉजिक भी पता होना चाहिए थानू मैथड भी पता होना चाहिए। ठीक है चलते आप अपने नैक्सट क्वेश्चन पे। थर्ड हाउ मैनी क्यूब्स ईच ऑफ एज 3 सेंटीमीटर कैन बी कट इन द फॉर्म ऑफ अ क्यूब एज 15 सेंटीमीटर फ्रॉम अ क्यूब ऑफ एज 15 सेंटीमीटर। इसका मतलब की है थोड़े कोल ना एक वड्डा क्यूब सीगा। ध्यान नाल समझना क्वेश्चन की कह रहा हाउ मैनी क्यूब्स किन्ने क्यूब ईच ऑफ एज 3 सेंटीमीटर जिसकी साइड 3 सेंटीमीटर। देखो एज का मतलब की होंदा हैगा क्यूब की साइड। किन्ने ऐसे क्यूब जिसकी साइड 3 सेंटीमीटर होवे कैन बी कट फ्रॉम कट किया जा सकता हैगा फ्रॉम अ क्यूब ऑफ एज 15 सेंटीमीटर। मतलब थोड़े कोल एक वड्डा क्यूब हैगा जिसकी साइड 15 सेंटीमीटर है। मान लो साडे कोल एक वड्डा क्यूब हैगा जिसकी साइड 15 सेंटीमीटर हैगी है। ठीक है आपने की किया इस 15 सेंटीमीटर वाले क्यूब विच ना 3-3 सेंटीमीटर दे ना क्यूब कट कर ले। ठीक है 15 सेंटीमीटर के क्यूब विचों 3-3 सेंटीमीटर के छोटे छोटे क्यूब कट कर ले तो नंबर ऑफ क्यूब किन्ने निकलणगे 3-3 सेंटीमीटर के जिहड़े क्यूब आप कट करनगे कटांगे वो किन्ने नंबर ऑफ क्यूब निकलणगे। ठीक है तो मैनू ये दसो आप मान लेंगे लेट n number of cubes is cut from bigger cube। ਵੱਡੇ वाले क्यूब विचों ਆਪਾਂ n नंबर ऑफ क्यूब कट कर ले। हुण ध्यान नाल समझना ਜਿਹੜੇ ਆਪਾਂ छोटे पीस
ਕੱਟ ਕਰਾਂਗੇ, ਵੱਡੇ ਕਿਊਬ ਵਿੱਚ ਆਪਾਂ ਛੋਟੇ ਛੋਟੇ ਪੀਸ ਕੱਟ ਕਰ ਰਹੇ ਹਾਂ, ਤਾਂ ਜਿੰਨੇ ਵੀ ਛੋਟੇ ਪੀਸ ਹੋਣਗੇ ਉਹਨਾਂ ਦਾ ਜੋ ਵੋਲਿਊਮ ਆਏਗਾ, ਧਿਆਨ ਨਾਲ ਸਮਝਣਾ, ਜਿੰਨੇ ਵੀ ਛੋਟੇ ਪੀਸ ਹੋਣਗੇ ਉਹਨਾਂ ਦਾ ਜੋ ਵੋਲਿਊਮ ਆਏਗਾ ਉਹ ਕਿਸ ਦੇ ਇਕੁਅਲ ਹੋਏਗਾ, ਵੱਡੇ ਵਾਲੇ ਕਿਊਬ ਦੇ ਇਕੁਅਲ ਹੋਏਗਾ। ਠੀਕ ਹੈ, ਛੋਟੇ ਵਾਲੇ ਕਿਊਬਸ ਨੂੰ ਜੇ ਇਕੱਠਾ ਕਰਕੇ ਆਪਾਂ ਬਣਾਈਏ, ਛੋਟੇ ਵਾਲੇ ਕਿਊਬਸ ਮੰਨ ਲਓ ਛੋਟੇ ਵਾਲੇ ਜਿਹੜੇ ਹੈਗੇ ਆ 3-3 ਸੈਂਟੀਮੀਟਰ ਸਾਈਡ ਦੇ ਜਿਹੜੇ ਕਿਊਬ ਹੈਗੇ ਆ ਉਹ 10 ਆ ਗਏ, 10 ਪੀਸ ਹੈਗੇ ਆ, ਤਾਂ 10 ਪੀਸ ਦਾ ਜੋ ਵੋਲਿਊਮ ਹੋਏਗਾ ਉਹੀ ਵੱਡੇ ਵਾਲੇ ਪੀਸ ਦਾ ਵੋਲਿਊਮ ਹੋਏਗਾ। ਮੰਨ ਲੈਂਦੇ ਜੇ ਛੋਟੇ ਵਾਲੀ ਜਿਹੜੀ ਕਿਊਬ ਹੈਗੀ ਹੈ ਉਹ 15 ਪੀਸ ਨੇ, ਤਾਂ 15 ਪੀਸ ਦਾ ਜਿਹੜਾ ਵੋਲਿਊਮ ਹੋਏਗਾ ਉਹੀ ਵੱਡੇ ਵਾਲੇ ਕਿਊਬ ਦਾ ਵੋਲਿਊਮ ਹੋਏਗਾ। ਠੀਕ ਹੈ, ਤਾਂ ਮੈंने ਮੰਨ ਲਿਆ ਲੈਟ n ਨੰਬਰ ਆਫ ਕਿਊਬ ਇਜ਼ ਕੱਟ ਫਰੋਮ ਦਾ ਬਿਗਰ ਕਿਊਬ, n ਨੰਬਰ ਆਫ ਕਿਊਬ ਆਪਾਂ ਨੇ ਕੱਟ ਕੀਤੇ ਨੇ ਵੱਡੇ ਵਾਲੇ ਤੋਂ, ਤਾਂ ਵੋਲਿਊਮ ਆਫ 1 ਸਮॉल ਕਿਊਬ, ਇੱਕ ਛੋਟੇ ਕਿਊਬ ਦਾ ਵੋਲਿਊਮ ਕੀ ਆਏਗਾ 3 × 3 × 3 ਇਹੀ ਹੁੰਦਾ ਵੋਲਿਊਮ ਆਫ n small cubes, n छोटे छोटे क्यूब्स का वॉल्यूम की आ जाएगा n × 3 × 3 × 3, एक क्यूब का वॉल्यूम की होएगा 3 गुना 3 गुना 3, क्योंकि क्यूब की साइड कितनी है 3 3 3, जे एक क्यूब का वॉल्यूम 3 3 3 आ गया तो n क्यूब का वॉल्यूम की आएगा n × 3 × 3 × 3। ठीक है, वॉल्यूम ऑफ लार्ज क्यूब की होएगा, वॉल्यूम ऑफ लार्ज क्यूब की होएगा 15 गुना 15 गुना 15, क्योंकि ਵੱਡੇ ਵਾਲੇ ਕਿਊਬ ਦਾ ਸਾਈਡ ਕਿੰਨਾ ਆਏਗਾ 15 ਸੈਂਟੀਮੀਟਰ। ਹੁਣ ਛੋਟੇ ਵਾਲੇ ਜਿੰਨੇ ਵੀ ਕਿਊਬ ਨਿਕਲਣਗੇ ਉਹਨਾਂ ਦਾ ਵੋਲਿਊਮ ਕਿਹਦੇ ਇਕੁਅਲ ਹੋਏਗਾ, ਵੱਡੇ ਵਾਲੇ ਕਿਊਬ ਦੇ, ਤਾਂ ਮੈਂ ਇਹ ਕਹਿ ਸਕਦਾ ਵੋਲਿਊਮ ਆਫ n small cubes is equals to volume of large cube, volume of n small cube is equals to volume of large cube, ये आ जाएगा n × 3 × 3 × 3 इक्वल्स टू 15 × 15 × 15। ठीक है, तो n की वैल्यू उरे की आ जाएगी अपने को 15 गुना 15 गुना 15 बटा 3 × 3 × 3 थले जाके डिनोमिनेटर से आ जाएगा। ठीक है, उस तो बाद आप कटिंग कर देंगे ने, 3 ਦੇ ਟੇਬਲ ਤੇ ਕੱਟ ਗਿਆ ਇਹ 5, 3 ਦੇ ਟੇਬਲ ਤੇ ਕੱਟ ਗਿਆ ਇਹ 5, ਆ 3 ਦੇ ਟੇਬਲ ਤੇ ਕੱਟ ਗਿਆ ਇਹ 5, 5 ਗੁਣਾ 5 ਗੁਣਾ 5, n ਦੀ ਵੈਲਿਊ ਕੀ ਆ ਜਾਏਗੀ 125 ਆਏਗੀ। ਕਿੰਨੇ ਨੰਬਰ ਆਫ ਕਿਊਬ ਨਿਕਲਣਗੇ ਆਪਣੇ ਕੋਲੇ, छोटे छोटे किन्ने क्यूब आएंगे 125, 125 नंबर ऑफ स्मॉल क्यूब्स। क्लियर। ठीक है, पहला एक क्यूब का वॉल्यूम कट लो छोटे वाले, फिर n लैट कर लो, n नंबर ऑफ क्यूब सीगे, n का वॉल्यूम की आ जाएगा, n ਨਾਲ मल्टीप्लाई कर देंगे, तो ਵੱਡੇ वाले क्यूब का की आ जाएगा 15 15 15, जिन्ने भी छोटे वाले क्यूब होंगे उन्होंने वॉल्यूम का टोटल किस दे इक्वल होएगा, ਵੱਡੇ वाले क्यूब के वॉल्यूम के इक्वल। ठीक है, इक्वल करके n की वैल्यू आ जाएगी। ठीक है, चलते हैं आप अपने नेक्स्ट क्वेश्चन से, स्क्रीनशॉट ले लेना। अ क्यूब ऑफ एज 6 सेंटीमीटर इज कट इनटू क्यूब्स, पूरे इनटू तो बाद कॉमा आएगा। ठीक है, इनटू तो बाद पूरे कॉमा इनटू क्यूब्स ईच ऑफ एज 1 सेंटीमीटर, फाइंड द टोटल नंबर ऑफ क्यूब्स। ठीक है, देखो अ क्यूब ऑफ एज 6 सेंटीमीटर। ठीक है, ਤੁਹਾਡੇ ਕੋਲ ਇੱਕ ਵੱਡਾ ਕਿਊਬ ਸੀਗਾ ਜਿਹਦੀ ਸਾਈਡ ਕਿੰਨੀ ਸੀਗੀ 6 ਸੈਂਟੀਮੀਟਰ। ਠੀਕ ਹੈ, ਉਸ ਨੂੰ ਇਜ਼ ਕੱਟ ਇਨਟੂ, ਉਸ ਨੂੰ ਆਪਾਂ ਨੇ ਕੱਟ ਕੀਤਾ, ਕਿਹਦੇ ਵਿੱਚ ਕੱਟ ਕੀਤਾ, ਕਿਊਬਸ ਈਚ ਆਫ ਐਜ 1 ਸੈਂਟੀਮੀਟਰ, ਜਿਹੜੇ 6 ਸੈਂਟੀਮੀਟਰ ਸਾਈਡ ਦਾ ਕਿਊਬ ਸੀਗਾ ਉਹਨੂੰ 1 ਸੈਂਟੀਮੀਟਰ ਦੇ ਛੋਟੇ ਛੋਟੇ ਕਿਊਬ ਵਿੱਚ ਆਪਾਂ ਨੇ ਕੱਟ ਕਰ ਲਿਆ। ਠੀਕ ਹੈ, ਤਾਂ ਕਿੰਨੇ ਨੰਬਰ ਆਫ ਕਿਊਬ ਬਣਨਗੇ। ਕਲੀਅਰ, ਤਾਂ ਸਭ ਤੋਂ ਪਹਿਲੇ ਆ ਦੇਖੋ ਵੋਲਿਊਮ ਆਫ स्मॉलर क्यूब, वॉल्यूम ऑफ स्मॉलर क्यूब, छोटे वाले क्यूब का वॉल्यूम की आएगा 1 × 1 × 1, क्योंकि साइड कितनी हैगी है एक एक एक, मैं मान लेंदा n नंबर ऑफ क्यूब बननगे, तो वॉल्यूम ऑफ n स्मॉलर क्यूब्स, n क्यूब्स का वॉल्यूम की आएगा n × 1 × 1 × 1। ठीक है, वॉल्यूम ऑफ लार्जर क्यूब, ਵੱਡੇ वाले क्यूब का वॉल्यूम की आएगा 6 × 6 × 6, यही होएगा। ਹੁਣ ਵੱਡੇ क्यूब ਨੂੰ छोटे छोटे पीसिस ਵਿੱਚ ਕੱਟ ਕੀਤਾ ਹੈਗਾ, ਤਾਂ छोटे छोटे पीस ਵਿੱਚ ਜਿੰਨੇ ਵੀ क्यूब ਬਣਨਗੇ ਉਹਨਾਂ ਦਾ ਜੋ ਟੋਟਲ ਵੋਲਿਊਮ ਹੋਏਗਾ ਉਹ ਵੱਡੇ ਵਾਲੇ क्यूब ਦੇ ਇਕੁਅਲ ਹੋਏਗਾ। ਯੈਸ অর ਨੋ, ਯੈਸ। ਤਾਂ ਮੈਂ ਇਹ ਕਹਿ ਸਕਦਾ ਵੋਲਿਊਮ ਆਫ n ਸਮਾਲਰ क्यूब्स, वॉल्यूम ऑफ n स्मॉलर क्यूब्स इज इक्वल्स टू वॉल्यूम ऑफ लार्जर क्यूब, वॉल्यूम ऑफ लार्जर क्यूब।
ठीक है। n ਨੰਬਰ ਆਫ ਸਮਾਲਰ ਕਿਊਬਸ ਦਾ ਜਿੰਨਾ ਵੀ ਵੋਲਿਊਮ ਆਏਗਾ ਉਹ ਵੱਡੇ ਵਾਲੇ ਕਿਊਬ ਦੇ ਇਕੁਅਲ ਹੋਏਗਾ। ਤਾਂ ਉਰੇ ਆ ਜਾਏਗਾ n × 1 × 1 × 1 = 6 × 6 × 6। n ਦੀ ਵੈਲਿਊ ਕੀ ਆਏਗੀ 6 × 6 × 6 ਬਟਾ 1 × 1 × 1। ਇਹ ਤਾਂ ਇੱਕ ਹੀ ਰਹੇਗਾ 6 × 6 × 6 ਕਿੰਨਾ ਆਏਗਾ 216। मतलब किन्ने पीस निकलणगे 216 पीस निकलणगे छोटे छोटे 1-1 सेंटीमीटर के। क्लियर। पिछले क्वेश्चन जैसा ही सीगा जे किसी एक चीज़ ਨੂੰ बहुत सारे छोटे छोटे पार्ट्स ਵਿੱਚ ਆਪਾਂ ਡਿਵਾਈਡ ਕਰਦੇ ਨੇ ਤਾਂ ਉਹ ਛੋਟੇ ਛੋਟੇ ਪਾਰਟਸ ਦਾ ਜੋ ਵੋਲਿਊਮ ਆਏਗਾ ਉਹ ਵੱਡੇ ਵਾਲੇ ਦੇ ਇਕੁਅਲ ਹੋਏਗਾ। ਤਾਂ ਛੋਟੇ ਛੋਟੇ ਪਾਰਟ ਦਾ ਵੋਲਿਊਮ ਹਮੇਸ਼ਾ ਵੱਡੇ ਵਾਲੇ ਦੇ ਇਕੁਅਲ ਰੱਖ ਦੇਣਾ n ਦੀ ਵੈਲਿਊ ਆ ਜਾਏਗੀ। ਕਲੀਅਰ। ਚੱਲਦੇ ਆਪਣੇ ਨੈਕਸਟ ਕੁਐਸਚਨ ਤੇ। The volume of a cubical box is 3.375 cubic meter. The length of edge of the box. ठीक है। वॉल्यूम कितना दिता होया 3.375 मीटर क्यूब। वॉल्यूम कितना होता है a क्यूब 3.375। क्या मैं इसनों इवें लिख सकता 3375 बटा 1000। a दी वैल्यू की आ जाएगी क्यूब रूट ऑफ 3375 बटा 1000। ठीक है। इधर क्यूब हैगा उधर जाके की हो जाएगा क्यूब रूट हो जाएगा। तो याद रखना 3375 किदा क्यूब होंदा है 15 का। तो 3375 का रूट कितना होएगा 15। 1000 का क्यूब रूट कितना होएगा 10। तो ए कितना आ जाएगा 15 बटा 10 1.5। पता की करना सीगा एज। तो ए दी वैल्यू आ गई 1.5 मीटर आ जाएगी। ऑप्शन बी आ जाएगी। क्लियर। वैसे भी ਇਹਦਾ ਸ਼ਾਰਟਕਟ ਕੀ ਸੀਗਾ ਵੋਲਿਊਮ ਕਿੰਨਾ ਦਿੱਤਾ ਹੋਇਆ 3.375। ਠੀਕ ਹੈ। ਵੋਲਿਊਮ ਕੀ ਹੋਏਗਾ ਸਾਈਡ ਦਾ ਕਿਊਬ ਹੋਏਗਾ। ਇਹਨਾਂ ਵਿੱਚੋਂ ਕਿਹੜੀ ਐਸੀ ਸਾਈਡ ਹੈਗੀ ਹੈ ਜਿਹਦਾ ਕਿਊਬ 3.375 ਹੋ ਸਕਦਾ। ਤਾਂ 15 ਹੀ ਐਸਾ ਨੰਬਰ ਹੈਗਾ ਜਿਹਦਾ ਕਿਊਬ 3375 ਹੁੰਦਾ ਹੈਗਾ। ਤਾਂ ਉਸ ਨਾਲ ਆਪਾਂ ਵੋਲਿਊਮ ਪਤਾ ਕਰ ਸਕਦੇ ਸੀ। ਠੀਕ ਹੈ। ਈਜ਼ੀ ਕੁਐਸਚਨ ਸੀਗਾ। ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਤੇ। 6 The side of two different cube are in ratio 3:5. Then find the ratio of their total surface area and volume. देखो दो ਤੁਹਾਡੇ ਕੋਲ ਨਾ ਦੋ ਅਲੱਗ-ਅਲੱਗ ਕਿਊਬ ਨੇ C1 ਦੂਜਾ ਕਿਊਬ C2। ਇਸ ਦੀ ਜਿਹੜੀ ਸਾਈਡਸ ਨੇ A1 ਰੇਸ਼ੋ A2 ਇਹ ਕਿਹਦੇ ਰੇਸ਼ੋ ਵਿੱਚ ਨੇ 3:5। ਜਿਹੜੀ ਦੋ ਅਲੱਗ-ਅਲੱਗ ਕਿਊਬਸ ਨੇ ਉਹਨਾਂ ਦੀ ਸਾਈਡ ਕਿਸ ਰੇਸ਼ੋ ਵਿੱਚ ਨੇ 3:5। ਤਾਂ ਧਿਆਨ ਨਾਲ ਸੁਣਨਾ क्यूब का हुण जिहड़ा क्यूब का टोटल सरफेस एरिया होंदा वो की होंदा 6a²। देखो 6 तो कॉन्स्टेंट है यस और नो। ठीक है। 6 की हैगा कॉन्स्टेंट। मतलब टोटल सरफेस एरिया किहदे ते डिपेंड कर रहा है a² ते डिपेंड कर रहा है। टोटल सरफेस एरिया की कर रहा है a² ते डिपेंड कर रहा है। वॉल्यूम का फॉर्मूला की हैगा a क्यूब। तो वॉल्यूम किस ते डिपेंड कर रही है a क्यूब ते डिपेंड कर रही है। मतलब टोटल सरफेस एरिया स्क्वायर ते डिपेंड कर रहा है वॉल्यूम क्यूब ते डिपेंड कर रही है। याद रखना हमेशा एरिया स्क्वायर ते डिपेंड करता हैगा। ठीक है। वॉल्यूम क्यूब ते डिपेंड करती हैगी। तो साइड दी रेशो की हैगी है 3:5। तो रेशो ऑफ टोटल सरफेस एरिया की आएगा 3² 5² 9:25 आ जाएगा। क्लियर। क्यों क्योंकि जो टोटल सरफेस एरिया हैगा एरिया स्क्वायर ते डिपेंड करता हैगा। आपां साइड दा स्क्वायर कर दांगे। तो 3:² 5² 9:25 आ जाएगा। वॉल्यूम किस ते डिपेंड करता हैगा वॉल्यूम क्यूब ते डिपेंड करता है। तो आप साइड्स का की कर देंगे क्यूब कर देंगे। तो उरे आएगा 3 रेशो 5 27:125 आ जाएगा। क्लीयर। जे थानू साइड्स गिवन ने तो जे एरिया का रेशो कढ़ना हैगा तो साइड का आप स्क्वायर कर देंगे। तो जे वॉल्यूम का रेशो कढ़ना हैगा तो आप क्यूब कर देंगे अपना आंसर आ जाएगा। ठीक है। बस इन्नी गल याद रखना एरिया स्क्वायर ते डिपेंड करता हैगा वॉल्यूम क्यूब ते। स्क्रीनशॉट ले लो। आप नैक्सट क्वेश्चन ते चलते हैं। नैक्सट अपने को हैगा इफ द वॉल्यूम ऑफ टू क्यूब आर इन रेशो 27:1 द रेशो ऑफ देयर एज इज। ठीक है। हुण इस बार की करता पुट्ठा देता कि क्यूब की जिहड़ी वॉल्यूम हैगी है वो 27:1 हैगी है। दो वक्रे वक्रे क्यूब ने जिन्हां दी वॉल्यूम की रेशो की हैगी है 27:1। V1 रेशो V2 कितना हैगा 27:1। ਆਪਾਂ ਨੇ किस दी रेशो कढ़नी हैगी है एज दी। एज का मतलब साइड। देखो मान लेंगे पहले क्यूब का साइड ऑफ फर्स्ट क्यूब
पहले क्यूब की साइड कितनी हैगी A1 मान लिया, साइड ऑफ सैकेंड क्यूब कितना मान लिया A2, तो वॉल्यूम की आ जाएगा, वॉल्यूम V1 कितना आएगा A1 का क्यूब आ जाएगा, V2 कितना आएगा A2 का क्यूब आ जाएगा, यस और नो। ठीक है, A1 का क्यूब बटा A2 का क्यूब, इन्हां दी रेशो कितनी हैगी है 27 रेशो 1, तो A1 बटा A2 कितना आ जाएगा, इधर क्यूब हैगा दोनों पासे, उधर जाके क्यूब की हो जाएगा क्यूब रूट हो जाएगा, 27 का क्यूब रूट कितना होएगा 3, 1 का क्यूब रूट की होएगा 1, तो साइड्स दी रेशो की आ जाएगी A1 रेशो A2 कितना आएगा 3 रेशो 1 आ जाएगा। क्लियर, जे वॉल्यूम दिता होया है साइड्स दी रेशो कटनी है तो तुसी की करना, देखो वॉल्यूम किस ते डिपेंड करता है क्यूब ते डिपेंड करता है, तो जे वॉल्यूम दिता होया है साइड्स पता करनी है आप क्यूब रूट कर देंगे, जे साइड दी हुई है वॉल्यूम पता करना है तो आप क्यूब करांगे। ठीक है, साइड्स तो वॉल्यूम विच जाना है, ध्यान नाल समझना, साइड हैगी है, साइड तो आपां ने वॉल्यूम कटना है तो आप की करांगे क्यूब, जे वॉल्यूम दिता होया वॉल्यूम तो आपने साइड पता करनी है, उरे एरो साइड वाले पासे हैगा, ध्यान नाल समझना, साइड्स तो वॉल्यूम पता करनी है तो क्यूब करांगे, जे वॉल्यूम तो साइड पता करनी है आप की करांगे क्यूब रूट करांगे। क्लियर, सिमिलरली मैं साइड ते उरे लिख दिंदा, जे थानू साइड दी हुई है एरिया पता करना है आप की करांगे स्क्वायर, जे एरिया दिता होया है साइड पता करनी है आप की करांगे स्क्वायर रूट, इन्नी की गल याद रखना बस, जी साइड तो वॉल्यूम पता करना है क्यूब कर देंगे, वॉल्यूम तो साइड पता करनी है क्यूब रूट कर देंगे, इधर भी आपने क्यूब रूट दिता सीगा, जी साइड तो एरिया पता करना है स्क्वायर करेंगे, एरिया तो साइड पता करना है स्क्वायर रूट करेंगे। ठीक है, ईजी क्वेश्चन सीगा, स्क्रीनशॉट ले लो, आप नैक्सट क्वेश्चन से चलते हैं। 8th क्वेश्चन की कह रहा है, इफ द वॉल्यूम ऑफ 2 क्यूब आर इन रेशो 125/64 द रेशो ऑफ देयर एज इज, वही चीज देखो V1 रेशो V2 कितना दिता होया, 2 क्यूब का वॉल्यूम कितना 125/64। ठीक है, वॉल्यूम तो रेशो दी हुई है, साइड्स दी रेशो कटनी है, वॉल्यूम दिता होया साइड पता करना, हुण मैं की दस के हटिया, जे वॉल्यूम दिता होया साइड पता करना है तो की करांगे आप क्यूब रूट कर देंगे, 125 का क्यूब रूट पूरे 64 का क्यूब रूट, 125 का क्यूब रूट कितना होएगा 5, 64 का क्यूब रूट कितना होएगा 4, तो साइड्स दी रेशो की आ जाएगी रेशो ऑफ एजेस 5/4, ऑप्शन बी। क्लियर, बस वो चीज याद रखना, साइड दी हुई है, साइड्स तो जे वॉल्यूम पता करना है आप करांगे क्यूब, जे वॉल्यूम तो साइड पता करनी है आप करांगे क्यूब रूट, दैट्स इट। ठीक है, वॉल्यूम दिता सीगा साइड पता करनी सी क्यूब रूट करता, सिंपल। क्लियर, तो आज चार्ट याद रखना। ठीक है, एरिया दे वास्ते आप स्क्वायर करांगे, एरिया दे दी हुई है साइड पता करनी है तो स्क्वायर रूट कर देंगे, पुठा कर देंगे। क्लियर, चलते नेक्स्ट क्वेश्चन ते, आज द लास्ट क्वेश्चन, 3 क्यूब्स ऑफ मेटल whose edge are in 3 सेंटीमीटर 4 सेंटीमीटर 5 सेंटीमीटर, ਤੁਹਾਡੇ ਕੋਲ 3 ਮੈਟਲ ਦੇ ਕਿਊਬ ਸੀਗੇ ਜਿਨ੍ਹਾਂ ਦੀ ਸਾਈਡ 3 ਸੈਂਟੀਮੀਟਰ 4 ਸੈਂਟੀਮੀਟਰ 5 ਸੈਂਟੀਮੀਟਰ ਸੀਗੀ, ਉਹਨਾਂ ਨੂੰ ਮੈਲਟ ਕੀਤਾ, ਆਰ ਮੈਲਟਡ, ਉਹਨਾਂ ਨੂੰ ਮੈਲਟ ਕਰਕਾ ਕੀਤਾ ਟੂ ਫਾਰਮ ਅ ਨਿਊ ਕਿਊਬ। ਠੀਕ ਹੈ, ਕਲੀਅਰ, 3 ਕਿਊਬ ਲਿੱਤੇ 3 ਸੈਂਟੀਮੀਟਰ 4 ਸੈਂਟੀਮੀਟਰ 5 ਸੈਂਟੀਮੀਟਰ, ਉਹਨਾਂ ਨੂੰ ਪਿਘਲਾਤਾ, ਜਦੋਂ ਆਪਾਂ ਕਿਸੇ ਚੀਜ਼ ਨੂੰ ਮੈਲਟ ਕਰਦੇ ਹਾਂ ਆਪਣੇ ਕੋਲ ਲਿਕੁਇਡ ਇਕੱਠਾ ਹੋ ਜਾਏਗਾ, ਪਾਣੀ ਇਕੱਠਾ ਹੋ ਗਿਆ, ਉਸੇ ਨੂੰ ਆਪਾਂ ਨੇ ਦੁਬਾਰਾ ਜਮਾਤਾ, ਠੀਕ ਹੈ, ਦੁਬਾਰਾ ਫਰੀਜ਼ ਕਰਤਾ, ਜਮਾਤਾ ਇੱਕ ਨਵੀਂ ਕਿਊਬ ਦੇ ਸ਼ੇਪ ਵਿੱਚ। ਠੀਕ ਹੈ, ਤਾਂ ਆਪਾਂ ਨੇ ਕੀ ਫਾਈਂਡ ਕਰਨਾ ਹੈਗਾ, ਹੂਜ਼ ਸਾਈਡ ਇਜ਼, ਜਿਹੜੀ ਨਵੀਂ ਕਿਊਬ ਬਣੀ ਹੈ ਉਸ ਦੀ ਸਾਈਡ ਕੀ ਹੋਏਗੀ। ਤਾਂ ਮੰਨ ਲਓ ਆਪਣੇ ਕੋਲ ਇੱਕ ਆ ਛੋਟਾ ਕਿਊਬ ਹੈ ਪਲਸ ਆ ਵੱਡਾ ਕਿਊਬ ਪਲਸ ਆ ਇੱਕ ਵੱਡਾ ਕਿਊਬ, ਇਹਨਾਂ ਤਿੰਨਾਂ ਨੂੰ ਮੈਲਟ ਕਰਕੇ ਆਪਾਂ ਨੇ ਇੱਕ ਨਵਾਂ ਕਿਊਬ ਬਣਾਤਾ। ਤਾਂ ਮੈਂ ਇਹ ਕਹਿ ਸਕਦਾ ਕਿ ਇਹਨਾਂ ਤਿੰਨਾਂ ਕਿਊਬ ਦਾ, ਦੇਖੋ 3D ਦੇ ਵਿੱਚ ਜਦੋਂ ਇੱਕ ਚੀਜ਼ ਨੂੰ ਮੈਲਟ ਕਰਕੇ ਆਪਾਂ ਦੂਜੀ ਚੀਜ਼ ਵਿੱਚ ਕਨਵਰਟ ਕਰਾਂਗੇ ਤਾਂ ਦੋਨਾਂ ਵਿੱਚ ਕੀ ਚੀਜ਼ ਸੇਮ ਰਹੇਗੀ, ਵੋਲਿਊਮ। ਮੰਨ ਲਓ ਜੇ 1 ਲੀਟਰ ਪਾਣੀ ਦੀ ਬੋਟਲ ਹੈਗੀ, ਮਤਲਬ ਇੱਕ ਬੋਟਲ ਹੈਗੀ ਉਹ ਸਿਲੰਡਰੀਕਲ ਸ਼ੇਪ ਦੀ ਹੈਗੀ, ਉਹਨੂੰ ਆਪਾਂ ਮੈਲਟ ਕਰਕੇ ਕਿਊਬ ਸ਼ੇਪ ਵਿੱਚ ਬਣਾਤਾ, ਜਾਂ ਛੋਟੇ ਛੋਟੇ ਕਿਊਬਸ ਨੂੰ ਮੈਲਟ ਕਰਕੇ ਇੱਕ ਵੱਡਾ ਕਿਊਬ ਬਣਾਤਾ, ਤਾਂ ਕਿਹੜੀ ਚੀਜ਼ ਸੇਮ ਰਹੇਗੀ,
ਉਹ ਰਹੇਗੀ ਵੋਲਿਊਮ। ਜੇ ਮੰਨ ਲਓ 1 ਕਿਲੋ ਲੋਹਾ ਹੈਗਾ, ਮੰਨ ਲਓ ਇਹ ਪੈਨ ਲੈ ਲਓ, ਇਹ ਜਿਹੜਾ ਪੈਨ ਹੈਗਾ ਉਹ 1 ਕਿਲੋ ਦਾ ਹੈਗਾ, ਠੀਕ ਹੈ। ਇਸ ਲੋਹੇ ਦਾ ਪੈਨ ਹੈਗਾ, ਇਹ ਇੱਕ ਮੰਨ ਲੈਂਦੇ 100 ਗ੍ਰਾਮ ਦਾ, ਕਿਲੋ ਤਾਂ ਜ਼ਿਆਦਾ ਹੋ ਗਿਆ। ਇਹ ਪੈਨ ਹੈਗਾ, ਇਹ ਲੋਹੇ ਦਾ ਪੈਨ ਹੈ, 100 ਗ੍ਰਾਮ ਦਾ ਹੈਗਾ। ਇਸ ਨੂੰ ਜੇ ਮੈਂ ਮੈਲਟ ਕਰਦਾ, ਪਿਘਲਾਤਾ, ਇਸ ਨੂੰ ਮੈਂ ਮੈਲਟ ਕਰਕੇ ਇੱਕ ਛੋਟੀ ਜਿਹੀ ਬॉल ਬਣਾਤੀ। ਇਸ ਨੂੰ ਪਹਿਲਾਂ ਮੈंने ਮੈਲਟ ਕੀਤਾ, ਪਾਣੀ ਇਕੱਠਾ ਹੋ ਗਿਆ, ਉਸ ਪਾਣੀ ਨੂੰ ਮੈਂ ਫਰੀਜ਼ ਕਰਕੇ ਇੱਕ ਛੋਟੀ ਜਿਹੀ ਬॉल ਬਣਾਤੀ। ਤਾਂ ਜੇ ਇਹ ਪੈਨ 100 ਗ੍ਰਾਮ ਦਾ ਹੈਗਾ ਤਾਂ ਉਹ ਬॉल ਵੀ ਕਿੰਨੇ ਦੀ ਹੋਏਗੀ, 100 ਗ੍ਰਾਮ ਦੀ ਤਾਂ ਹੋਏਗੀ। ਕੋਈ ਐਕਸਟਰਾ weight ਤਾਂ ਨਹੀਂ ਇਨਕਰੀਜ਼ ਹੋ ਜਾਏਗਾ, ਨਾ weight डिक्रीज ਹੋਏਗਾ। ਤਾਂ ਕੀ ਸੇਮ ਰਿਹਾ, ਇਸ ਦਾ ਵੋਲਿਊਮ। ਸ਼ੇਪ ਚੇਂਜ ਹੋ ਗਈ, ਇਸ ਦੀ ਸ਼ੇਪ ਕੁਝ ਹੋਰ ਸੀਗੀ, ਬॉल ਦੀ ਸ਼ੇਪ ਗੋਲ ਹੋ ਗਈ, ਠੀਕ ਹੈ। ਸ਼ੇਪ ਚੇਂਜ ਹੋ ਜਾਏਗੀ ਬਟ ਵੋਲਿਊਮ ਕੀ ਰਹੇਗਾ, ਦੋਨਾਂ ਦਾ ਸੇਮ ਰਹੇਗਾ, ਠੀਕ ਹੈ। ਤਾਂ ਤਿੰਨਾਂ ਕਿਊਬ ਦਾ ਜੋ ਵੋਲਿਊਮ ਹੋਏਗਾ ਉਹ ਵੱਡੇ ਵਾਲੇ ਕਿਊਬ ਦੇ ਵੋਲਿਊਮ ਦੇ ਇਕੁਅਲ ਹੋਏਗਾ। मैं मान लेंदा ਵੱਡੇ ਵਾਲੀ ਕਿਊਬ ਦੀ ਸਾਈਡ ਕਿੰਨੀ ਹੈ, A। ਇਸ ਦੀ ਸਾਈਡ ਕਿੰਨੀ ਹੈ, 3 ਸੈਂਟੀਮੀਟਰ, ਇਸ ਦੀ 4 ਸੈਂਟੀਮੀਟਰ, ਇਸ ਦੀ 5 ਸੈਂਟੀਮੀਟਰ। ਇਸ ਦਾ ਵੋਲਿਊਮ ਕੀ ਹੋਏਗਾ, 3 ਕਿਊਬ। ਇਸ ਦਾ ਵੋਲਿਊਮ ਕੀ ਹੋਏਗਾ, 4 ਕਿਊਬ। ਇਸ ਦਾ ਵੋਲਿਊਮ 5 ਕਿਊਬ। ਇਹਨਾਂ ਤਿੰਨਾਂ ਦਾ ਵੋਲਿਊਮ ਕੀ ਹੋਏਗਾ, A ਕਿਊਬ ਦੇ ਵੱਡੇ ਵਾਲੇ ਕਿਊਬ ਦੇ ਬਰਾਬਰ ਹੋਏਗਾ, ਠੀਕ ਹੈ। 3 ਦਾ ਕਿਊਬ 27, 64, 125 A ਕਿਊਬ। ए क्यूब कितना आ जाएगा, जे इन्हां तिन्हां नूं ऐड करांगे आपां, ए क्यूब की वैल्यू की आएगी 216। तो ए की वैल्यू की आ जाएगी, रूट क्यूब रूट 216। 216 का क्यूब रूट कितना होएगा, 6 सेंटीमीटर। मतलब वड्डे वाले क्यूब की जिहड़ी साइड है वो कितनी आएगी अपने कोले, 6 सेंटीमीटर आ जाएगी, ठीक है। तो क्यूब के विच फिलहाल इन्ना ही पोर्शन हैगा, ठीक है। बाकी जिहड़े क्यूब के कुछ टॉपिक्स ने ਉਹ ਨਾ ਦੂਜੇ ਫਿਗਰਸ ਨਾਲ ਰਿਲੇਟਡ ਨੇ, ਕਿ ਕਿਊਬ ਨੂੰ ਮੈਲਟ ਕਰਕੇ ਆਪਾਂ ਨੇ ਕਿਊਬੋਇਡ ਬਣਾਤਾ, ਇੱਕ ਸਿਲੰਡਰ ਦੇ ਵਿੱਚ ਕਿਊਬ ਪਾਤਾ, ਠੀਕ ਹੈ, ਜਾਂ ਕਿਊਬ ਦੇ ਵਿੱਚ ਆਪਾਂ ਨੇ ਸਿਲੰਡਰ ਕੱਢ ਲਿਆ, ਠੀਕ ਹੈ। ਉਹ ਆਪਾਂ ਨੈਕਸਟ ਲੈਕਚਰ ਵਿੱਚ, ਉਹ ਆਪਾਂ ਲਾਸਟ ਵਿੱਚ ਡਿਸਕਸ ਕਰਾਂਗੇ ਜਦੋਂ ਸਾਰੀ ਟਾਈਪਸ ਮਿਕਸ ਹੋ ਜਾਣਗੀਆਂ। ਪਹਿਲਾਂ ਇੱਕ ਇੱਕ ਟਾਈਪ ਨਾਰਮਲ ਸਟੱਡੀ ਕਰ ਲੈਂਦੇ ਨੇ, ਫਿਰ ਆਪਾਂ ਮਿਕਸ ਟਾਈਪ ਕਰਾਂਗੇ। ਤਾਂ ਨਾਰਮਲ ਟਾਈਪ ਵਿੱਚ ਕਿਊਬ ਇੰਨਾ ਹੀ ਸੀਗਾ, ਠੀਕ ਹੈ। ਇਸ ਤੋਂ ਜੇ ਨਾਰਮਲ ਟਾਈਪ ਵਿੱਚ ਪੁੱਛੇਗਾ ਤਾਂ ਇਸ ਤੋਂ ਵੱਧ ਨਹੀਂ ਪੁੱਛ ਸਕਦਾ ਐਗਜ਼ਾਮੀਨਰ। ਇਹ ਸਾਰੇ ਆਪਾਂ ਨੇ ਪ੍ਰੀਵੀਅਸ ਈਅਰ ਕੁਐਸਚਨ ਹੀ ਕੀਤੇ ਨੇ, ਠੀਕ ਹੈ। ਤਾਂ ਮਿਲਦੇ ਹਾਂ ਆਪਾਂ ਆਪਣੇ ਨੈਕਸਟ ਲੈਕਚਰ ਵਿੱਚ ਕਿਊਬॉइड ਦੇ ਨਾਲ, ਠੀਕ ਹੈ ਕਲਾਸ। ਥੈਂਕ ਯੂ ਸੋ ਮਚ।